साध संगत जी, धन श्री गुरु ग्रंथ साहिब जी महाराज जी की अपार रहमत किरपा हुई है। आप सब संगतां दे दर्शन दीदार करन दा सुभ सुभाग समा प्राप्त होया। साध संगत जी, आप सब दे चरनां च सब तो पहला दोवें हत्थ जोड़ के वाहिगुरु जी का खालसा वाहिगुरु जी की फतेह जी। अज आपां विचार करनी है अमृत छकना। अमृत क्यों जरूरी है, अमृत क्यों छकना चाहिदा वा ते अमृत छक के रहत केड़ी रखनी है। साध संगत जी, सब तो पहला आपां विचार की प्रारंभता करते हैं। भगत कबीर जी का बचन है, कबीर मानस जन्म दुलंभ है, होए न बारह बार, जो बन फल पाके भोए गिरह, बहुर न लागै डार। साध संगत जी, जिवें इस संसार ਦੇ ਵਿੱਚ ਕਹਿੰਦੇ ਮਨੁੱਖਾ ਜਨਮ ਇੰਨਾ ਦੁਰਲੱਭ ਹੈ, ਭਾਵ ਲੱਭਣ ਤੋਂ ਰਹਿਤ ਇਹ ਕੋਈ ਸੌਖਾ ਨਹੀਂ ਮਿਲਦਾ। ਕਹਿੰਦੇ ਜਿਵੇਂ ਇੱਕ ਫਲ ਲੱਗ ਜਾਂਦਾ ਨਾ ਪੱਕਾ ਦਰਖਤ ਨੂੰ, ਤੇ ਪੱਕ ਕੇ ਜਦੋਂ ਡਿੱਗ ਜਾਂਦਾ, ਭਾਵੇਂ ਕੱਚਾ ਡਿੱਗ ਪਏ ਭਾਵੇਂ ਪੱਕਾ ਡਿੱਗ ਪਏ, ਜੇ ਇੱਕ ਵਾਰੀ ਵੱਖਰਾ ਹੋ ਗਿਆ ਦਰਖਤ ਤੋਂ, ਦੁਬਾਰਾ ਉਹ ਕਦੇ ਲੱਗ ਨਹੀਂ ਸਕਦਾ ਦਰਖਤ ਦੇ ਨਾਲ। ਤੋ ਇਸੇ ਤਰ੍ਹਾਂ ਹੀ ਆਪਣਾ ਮਨੁੱਖਾ ਜਨਮ ਹੈ ਜਿਹੜਾ ਇੱਕ ਵਾਰੀ ਮਿਲ ਗਿਆ ਬੜੇ ਯਤਨਾਂ ਤੋਂ ਬਾਅਦ, 84 ਲੱਖ ਜੂਨਾਂ ਤੋਂ ਬਾਅਦ, ਜੇ ਇਹਨੂੰ ਵੀ ਆਪਾਂ ਵਿਅਰਥ ਗਵਾ ਲਿਆ ਤੇ ਦੁਬਾਰਾ ਕਦੇ ਆਪਾਂ ਇਸ ਸੰਸਾਰ ਦੇ ਵਿੱਚ ਨਹੀਂ ਆਵਾਂਗੇ। ਫਿਰ ਆਉਣਾ ਵਾ ਤੇ ਉਹ ਵੀ ਕੋਈ ਵੱਖੋ ਵੱਖਰੀਆਂ ਜੂਨਾਂ ਵਿੱਚ, ਕੋਈ ਸੱਪ ਦੀ, ਕੀੜਿਆਂ ਮਕੌੜਿਆਂ ਦੀ, ਜੀਵ ਜੰਤੂਆਂ ਦੀ, ਪੱਥਰਾਂ ਦੀ, ਦਰਖਤਾਂ ਦੀ ਜੂਨਾਂ ਵਿੱਚ ਆਉਣਾ ਪੈਂਦਾ। ਤੋ ਸਾਧ ਸੰਗਤ ਜੀ, ਪਹਿਲੇ ਸਮਿਆਂ ਦੇ ਵਿੱਚ ਬਹੁਤ ਔਖਾ ਰਾਹ ਸੀ ਮੁਕਤੀ ਦਾ। ਸੰਸਾਰ ਵਿੱਚ ਮੁਕਤੀ ਪ੍ਰਾਪਤ ਕਰਨ ਦੇ ਲਈ ਆਪਾਂ ਹੁਣ ਪੜ੍ਹਦੇ ਵੀ ਹਾਂ ਸਨਾਤਨ ਧਰਮ ਵਿੱਚ, ਕੋਈ ਕਿਵੇਂ ਤਪੱਸਿਆ ਕਰਦਾ ਸੀ, ਕੋਈ ਪੁੱਠਾ ਲਮਕ ਕੇ, ਕੋਈ ਹਿਮਾਲਿਆ ਪਰਬਤ ਤੇ ਜਾ ਕੇ ਠੰਡ ਦੇ ਵਿੱਚ ਸਮਾਧੀਆਂ ਲਾ ਲੈਣੀਆਂ। ਕਿਸੇ ਨੇ ਸਾਧ ਸੰਗਤ ਜੀ ਗਰਮੀਆਂ ਦੇ ਦਿਨਾਂ ਵਿੱਚ ਧੂਣੀਆਂ ਤਪਾਉਣੀਆਂ, ਆਪਣੇ ਚਾਰੇ ਪਾਸੇ ਪੰਜਵਾਂ ਸੂਰਜ ਦਾ ਸੇਕ ਪੈਣਾ, ਫਿਰ ਕਠਿਨ ਤਪੱਸਿਆ ਕਰਨੀ, ਮੁਕਤੀ ਤਾਂ ਵੀ ਨਹੀਂ ਸੀ ਮਿਲਦੀ। ਫਿਰ ਕਲਯੁਗ ਦੇ ਵਿੱਚ ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਏ, ਸੱਚਾ ਸੁਣਿਆ ਕੰਨ ਦੇ ਧੀਰਕ ਦੇਵੈ ਸਹਿਜ ਸੁਭਾਏ। ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਆ ਕੇ ਅਵਤਾਰ ਧਾਰਿਆ ਤੇ ਇਸ ਲੋਕਾਈ ਨੂੰ ਜਿਹੜੀ ਠਰਦੀ ਪਈ ਸੀ, ਜਿਹੜੀ ਸਾਧ ਸੰਗਤ ਜੀ ਬੜੇ ਜ਼ਿਆਦਾ ਤਪਦੀ ਪਈ ਸੀ ਇਸ ਪਾਪਾਂ ਦੇ ਭਾਰ ਦੇ ਨਾਲ, ਇਸ ਤਪਦੀ ਹੋਈ ਲੋਕਾਈ ਨੂੰ ਸਤਿਗੁਰਾਂ ਨੇ ਸਤਿਨਾਮ ਦਾ ਮੰਤਰ ਦੇ ਕੇ ਠਾਰਿਆ ਵਾ। ਸਾਧ ਸੰਗਤ ਜੀ, ਪਹਿਲੀ ਪਾਤਸ਼ਾਹੀ ਤੋਂ ਲੈ ਕੇ 9ਵੀਂ ਪਾਤਸ਼ਾਹੀ ਤੱਕ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੱਕ ਸਿੱਖਾਂ ਦੇ ਵਿੱਚ ਅੰਮ੍ਰਿਤ ਪਾਨ ਨਹੀਂ ਸੀ। ਉਦੋਂ ਚਰਨ ਅੰਮ੍ਰਿਤ ਪੌਲ ਦਿੱਤੀ ਜਾਂਦੀ ਸੀ ਕਿ ਜਿੰਨੇ ਵੀ ਕਿਸੇ ਨੇ ਗੁਰੂ ਕਾ ਸਿੱਖ ਸੱਜਣਾ ਹੁੰਦਾ ਸੀ, ਉਹਨੂੰ ਸਾਧ ਸੰਗਤ ਜੀ ਪਹਿਲਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 9ਵੇਂ ਪਾਤਸ਼ਾਹ ਤੱਕ ਜਿਹੜੇ ਵੀ ਗੁਰੂ ਸਾਹਿਬ ਜੀ ਦੇ ਸਮੇਂ ਕੋਈ ਸਿੱਖ ਆਉਂਦਾ ਸੀ ਨਾ, ਕਹਿੰਦਾ ਸੀ ਸਤਿਗੁਰੂ ਜੀ ਮੈਂ ਆਪ ਜੀ ਦਾ ਸਿੱਖ ਸੱਜਣਾ, ਤਾਂ ਸਤਿਗੁਰੂ ਸਾਹਿਬ ਜੀ ਦੇ ਚਰਨ ਧੋ ਕੇ ਉਹ ਜਲ ਛਕਾਇਆ ਜਾਂਦਾ ਸੀ। ਉਹਨੂੰ ਕਹਿੰਦੇ ਸੀ ਚਰਨ ਪਾਹੁਲ। ਫਿਰ ਜਦੋਂ 10ਵੇਂ ਪਾਤਸ਼ਾਹ ਦਾ ਸਮਾਂ ਆਇਆ ਤੇ ਦਸਮੇਸ਼ ਪਾਤਸ਼ਾਹ ਜੀ ਨੇ ਵੇਖਿਆ ਵੀ ਜਿਹੜੇ ਸਿੱਖ ਆ ਨਾ, ਇਹ ਬਹੁਤ ਸ਼ਾਂਤਮਈ ਸੁਭਾਅ ਦੇ, ਸੰਤ ਸੁਭਾਅ ਦੇ ਆ, ਤੇ ਕਿਉਂ ਨਾ ਅਸੀਂ ਖਾਲਸੇ ਨੂੰ ਤੇਜ ਪ੍ਰਤਾਪ ਵਾਲਾ ਬੜਾ ਸੰਤ ਸਿਪਾਹੀ ਵੀ ਬਣਾਈਏ। ਤਾਂ ਦਸਮੇਸ਼ ਪਾਤਸ਼ਾਹ ਜੀ ਨੇ ਫਿਰ ਇਹ ਵੀ ਕੁਛ, ਕਿਉਂਕਿ ਉਦੋਂ ਸਾਧ ਸੰਗਤ ਜੀ ਜਿਹੜੇ ਮਸੰਦ ਸੀ ਨਾ, ਉਹ ਮਸੰਦ ਵੀ ਗੁਰੂ ਘਰ ਦੇ ਨਾਲ ਧੋਖਾ ਕਰਨ ਲੱਗ ਪਏ। ਗੁਰੂ ਕੇ ਸਿੱਖਾਂ ਦੀ ਭੇਟਾ ਲੈ ਕੇ ਆਪੋ ਆਪਣੇ ਕਾਰਜਾਂ ਲਈ ਵਰਤਣੀ, ਤੇ ਗਲਤ ਦੁਰਉਪਯੋਗ ਕਰਨ ਲੱਗ ਪਏ ਸੀ। ਜਿਨ੍ਹਾਂ ਨੂੰ ਅੱਗੇ ਮੰਜੀਆਂ ਥਾਪੀਆਂ ਸੀ, ਅੱਗੇ ਥਾਪਿਆ ਹੋਇਆ ਸੀ ਵੀ ਤੁਸੀਂ ਵੀ ਅੱਗੇ ਜਾ ਕੇ ਸਿੱਖ ਸਜਾਉਣੇ ਆ, ਪ੍ਰਚਾਰ ਕਰਨਾ, ਉਹ ਵੀ ਗਲਤ ਇਸਤੇਮਾਲ ਕਰਨ ਲੱਗ ਪਏ ਸੀ ਤਾਕਤ ਦਾ। ਤਾਂ ਸਤਿਗੁਰਾਂ ਨੇ ਇਹ ਵੀ ਸਭ ਕਾਰਨ ਵੇਖੇ ਕਿ ਕਿਤੇ ਆਉਣ ਵਾਲੇ ਸਮੇਂ ਵਿੱਚ ਸਿੱਖਾਂ ਨੂੰ ਐਵੇਂ ਕੋਈ ਗਲਤ ਪ੍ਰਚਾਰ ਹੀ ਨਾ ਕਰਦਾ ਰਵੇ, ਜਾਂ ਐਵੇਂ ਜਿਹੜੇ ਪਖੰਡੀ ਲੋਕ ਨੇ ਇਹ ਆਪਣੇ ਪੈਰ ਧੋ ਧੋ ਕੇ ਨਾ ਗੁਰੂ ਕੇ ਸਿੱਖਾਂ ਨੂੰ ਪਿਆਉਂਦੇ ਰਹਿਣ। ਇਹਨਾਂ ਸਭ ਕਾਰਨਾਂ ਨੂੰ ਮੁੱਖ ਰੱਖਦਿਆਂ ਫਿਰ ਦਸਮੇਸ਼ ਪਾਤਸ਼ਾਹ ਜੀ ਨੇ ਤੇ ਸਮੇਂ ਨੂੰ, ਜਬਰ ਜ਼ੁਲਮ ਨੂੰ ਧਿਆਨ ਰੱਖਦਿਆਂ ਹੋਇਆਂ ਫਿਰ ਖੰਡੇ ਦੀ ਪੌਲ ਸਤਿਗੁਰਾਂ ਨੇ ਬਖਸ਼ੀ ਹੈ। ਸਤਿਗੁਰਾਂ ਨੇ ਮਨ ਵਿੱਚ ਇਹ ਵਿਚਾਰ ਕੀਤੀ ਕਿ ਮੇਰਾ ਸਿੱਖ ਸਭ ਤਰ੍ਹਾਂ ਨਾਲ ਸੰਪੂਰਨ ਹੋਏ, ਇਸ ਵਿੱਚ ਕਿਸੇ ਤਰ੍ਹਾਂ ਦੀ ਘਾਟ ਨਾ ਹੋਵੇ। ਇਹ ਸਿੱਖ ਚੜ੍ਹਦੀ ਕਲਾ ਵਾਲਾ, ਰਹਿਤ ਮਰਿਆਦਾ ਵਿੱਚ ਤਿਆਰ ਬਰ ਤਿਆਰ, ਤੇ ਜਬਰ ਜ਼ੁਲਮ ਦਾ ਟਾਕਰਾ ਕਰਨ ਵਾਲਾ। ਸਾਧ ਸੰਗਤ ਜੀ, ਫਿਰ ਦਸਮੇਸ਼ ਪਾਤਸ਼ਾਹ ਜੀ ਨੇ, ਆਪ ਸਭ ਜਾਣਦੇ ਹੋ, ਵਿਸਾਖੀ ਵਾਲੇ ਦਿਨ ਸਤਿਗੁਰਾਂ ਨੇ ਭਰੇ ਪੰਡਾਲ ਦੇ ਵਿੱਚ ਵਚਨ ਕੀਤਾ ਕਿ ਕੋਈ ਸਿੱਖ ਉੱਠੇ ਗੁਰੂ ਕਾ ਲਾਲ ਤੇ ਸਾਨੂੰ ਸੀਸ ਭੇਟਾ ਕਰੇ। ਜਿਹੜੇ
ਸਿੱਖ ਉੱਠੇ ਆ, ਵਾਰੋ ਵਾਰੀ 5 ਸਿੱਖ ਉੱਠੇ ਆ। 5 ਸਿੱਖਾਂ ਨੇ ਸਤਿਗੁਰਾਂ ਨੇ ਸੀਸ ਧੜ ਤੋਂ ਵੱਖ ਕਰਕੇ ਸਾਧ ਸੰਗਤ ਜੀ 5 ਬਾਣੀਆਂ ਪੜ੍ਹ ਕੇ, ਜਪਜੀ ਸਾਹਿਬ, ਜਾਪ ਸਾਹਿਬ, ਸਵਈਏ ਤੇ ਚੌਪਈ ਸਾਹਿਬ, ਫਿਰ ਆਨੰਦ ਸਾਹਿਬ, 5 ਬਾਣੀਆਂ ਦਾ ਜਾਪ ਕੀਤਾ। ਨਾਲੋਂ ਨਾਲ ਖੰਡਾ ਫੇਰਿਆ ਜਲ ਦੇ ਵਿੱਚ, ਪਤਾਸੇ ਮਾਤਾ ਸਾਹਿਬ ਕੌਰ ਜੀ ਨੇ, ਮਾਤਾ ਜੀ ਨੇ ਪਾਏ ਆ। ਤਾਂ ਸਾਧ ਸੰਗਤ ਜੀ ਇਸ ਤਰ੍ਹਾਂ ਫਿਰ ਅੰਮ੍ਰਿਤ ਦਾ ਬਾਟਾ ਤਿਆਰ ਹੋਇਆ ਤੇ ਗੁਰੂ ਕੇ ਸਿੱਖਾਂ ਨੇ ਫਿਰ ਜਿਨ੍ਹਾਂ ਦੇ ਸੀਸ ਕੱਟੇ ਸੀ, ਸਤਿਗੁਰਾਂ ਨੇ ਅੰਮ੍ਰਿਤ ਛਕਾ ਕੇ ਸੁਰਜੀਤ ਕੀਤਾ ਵਾ ਤੇ ਖਾਲਸੇ ਨੂੰ ਬਚਨ ਦਿੱਤਾ ਕਿ ਇਹ ਅੱਜ ਤੋਂ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਸਤਿਗੁਰਾਂ ਨੇ ਆਪਣੀ ਪਦਵੀ ਦੇ ਦਿੱਤੀ। ਫਿਰ ਸਿੱਖਾਂ ਨੇ ਵੀ ਬਚਨ ਕੀਤਾ, ਸਤਿਗੁਰੂ ਜੀ ਤੁਸੀਂ ਸਾਡੇ ਤਾਂ ਸੀਸ ਲੈ ਲਏ ਆ, ਪਰ ਤੁਸੀਂ ਸਾਨੂੰ ਕੀ ਦਓਗੇ? ਸਤਿਗੁਰਾਂ ਨੇ ਉਸ ਵੇਲੇ ਵੀ ਇਹ ਸਾਧ ਸੰਗਤ ਜੀ ਭਵਿੱਖਤ ਬਚਨ ਕਰ ਦਿੱਤਾ ਸੀ ਕਿ ਖਾਲਸਾ ਜੀ ਅਸੀਂ ਤੁਹਾਡੇ ਤੋਂ ਆਪਣਾ ਸਰਬੰਸ ਕੁਰਬਾਨ ਕਰ ਦਿਆਂਗੇ ਤੇ ਇਸ ਖਾਲਸੇ ਨੇ ਜੁਗੋ ਜੁਗ ਅਟਲ ਸਾਰੇ ਸੰਸਾਰ ਤੇ ਰਾਜ ਕਰਨਾ ਵਾ। ਤੇ ਉਸ ਵੇਲੇ ਜੋ ਸਤਿਗੁਰਾਂ ਨੇ ਮਰਿਆਦਾ ਦੱਸੀ ਸੀ ਕਿ ਸਾਰਿਆਂ ਨੇ ਸਿੱਖ ਸਜਣਾ ਵਾ, ਅੰਮ੍ਰਿਤ ਛਕਣਾ ਵਾ, ਤਿਆਰ ਬਰ ਤਿਆਰ ਰਹਿਣਾ, ਸ਼੍ਰੀ ਸਾਹਿਬ ਸ਼ਸਤਰਾਂ ਦੇ ਧਾਰਨੀ ਹੋਣਾ। ਤੇ ਸਾਧ ਸੰਗਤ ਜੀ ਆਪਾਂ ਇਹ ਵੀ ਗੱਲ ਤੇ ਧਿਆਨ ਦੇਈਏ ਕਿ ਅੱਜ ਕੱਲ ਜਿਹੜਾ ਨਾ ਕੂੜ ਪ੍ਰਚਾਰ ਉਹ ਬਹੁਤ ਵੱਧ ਗਿਆ ਵਾ। ਅੱਜ ਕੱਲ ਨਾਮ ਤੇ ਨਹੀਂ ਕਿਸੇ ਦਾ ਲੈਣਾ ਆਪਾਂ ਚਲੋ, ਪਰ ਜਿਹੜੇ ਪੰਥ ਦੋਖੀ ਆ, ਪੰਥ ਨੂੰ ਢਾਹ ਲਾਉਣ ਵਾਲੇ, ਉਹ ਕੋਈ ਕਹਿੰਦਾ ਕਿ ਬਸ 2 ਹੀ ਬਾਣੀਆਂ ਪੜ੍ਹਨੀਆਂ ਵਾ ਜਾਂ 3 ਬਾਣੀਆਂ ਪੜ੍ਹ ਕੇ ਅੰਮ੍ਰਿਤ ਸੰਚਾਰ ਹੋ ਜਾਂਦਾ ਵਾ, ਸਾਡੇ ਤੋਂ ਅੰਮ੍ਰਿਤ ਛਕੋ ਤੇ ਨਿਤਨੇਮ ਕਰਨ ਦੀ ਵੀ ਲੋੜ ਨਹੀਂ ਤੇ ਅੰਮ੍ਰਿਤ ਵੇਲਾ ਸੰਭਾਲਣ ਦੀ ਵੀ ਲੋੜ ਨਹੀਂ। ਇਹੋ ਜਿਹੇ ਲੋਕ ਅੱਜ ਕੱਲ ਪੰਥ ਵਿੱਚ ਬੜੇ ਆ ਗਏ ਆ ਤੇ ਇਹਨਾਂ ਤੋਂ ਸੁਚੇਤ ਵੀ ਹੋਣਾ ਵਾ। ਜਿੱਥੋਂ ਸੰਪਰਦਾਵਾਂ ਸਾਰੀਆਂ ਸਤਿਕਾਰਯੋਗ ਆ, ਜਿੱਥੋਂ ਵੀ ਤੁਹਾਡਾ ਮਨ ਮੰਨਦਾ ਵਾ ਉੱਥੋਂ ਆਪ ਜੀ ਅੰਮ੍ਰਿਤ ਛਕੋ, ਪਰ ਅੰਮ੍ਰਿਤ ਛਕਣ ਤੋਂ ਪਹਿਲਾਂ ਆਪ ਜੀ ਚੰਗੀ ਤਰ੍ਹਾਂ ਪੁੱਛ ਪੜਤਾਲ ਕਰੋ ਕਿ ਇਹ ਜਿਹੜੇ ਇੱਥੇ ਅੰਮ੍ਰਿਤ ਛਕਾਉਂਦੇ ਆ ਇਹ ਭਲਾ 5 ਬਾਣੀਆਂ ਦਾ ਨਿਤਨੇਮ ਭਾਵ 5 ਬਾਣੀਆਂ ਪੜ੍ਹ ਕੇ ਅੰਮ੍ਰਿਤ ਸੰਚਾਰ ਤਿਆਰ ਹੁੰਦਾ ਵਾ ਜਾਂ 2 ਜਾਂ 3 ਬਾਣੀਆਂ ਪੜ੍ਹਨ ਵਾਲੇ ਆ। ਜਿੱਥੇ ਕਿਤੇ ਇਹੋ ਜਿਹਾ ਤੁਹਾਨੂੰ ਲੱਗੇ ਕਿ ਇਹ 2 ਬਾਣੀਆਂ ਪੜ੍ਹ ਕੇ ਜਾਂ 3 ਬਾਣੀਆਂ ਪੜ੍ਹ ਕੇ ਅੰਮ੍ਰਿਤ ਸੰਚਾਰ ਕਰਨ ਵਾਲੇ, ਉੱਥੋਂ ਅੰਮ੍ਰਿਤ ਛਕਣ ਦੀ ਲੋੜ ਨਹੀਂ। ਉਹ ਸਮਝੋ ਵੀ ਤੁਸੀਂ ਜਿਹੜੇ ਪੰਥ ਦੇ ਵਿੱਚ ਦੋਖੀ ਆਏ ਆ ਨਾ, ਉਹਨਾਂ ਵੱਲੋਂ ਹੀ ਉਹ ਪ੍ਰੋਪੇਗੈਂਡਾ ਕੀਤਾ ਜਾਂਦਾ ਵਾ ਕਿ ਪੰਥ ਨੂੰ ਢਾਹ ਲੱਗੇ। ਤੋ ਸਾਧ ਸੰਗਤ ਜੀ ਫਿਰ ਖਾਲਸੇ ਨੇ ਅੰਮ੍ਰਿਤ ਛਕਣਾ 5 ਪਿਆਰਿਆਂ ਤੋਂ, ਉਹਨਾਂ ਨੇ ਜਿਹੜੀ ਰਹਿਤ ਦੱਸਣੀ ਆ ਉਹਨੂੰ ਉਹਦੇ ਵਿੱਚ ਤਿਆਰ ਬਰ ਤਿਆਰ ਰਹਿਣਾ ਵਾ। 5 ਬਾਣੀਆਂ ਦਾ ਨਿਤਨੇਮ ਹਰ ਸਿੱਖ ਨੇ ਕਰਨਾ ਵਾ। ਇਹ ਵੀ ਸਾਧ ਸੰਗਤ ਜੀ ਅੱਜ ਕੱਲ ਬੜਾ ਚੱਲ ਗਿਆ ਵਾ ਕਿ ਲੋਕ ਆਲਸੀ ਬੜੇ ਹੋ ਗਏ ਆ, ਕਲਯੁਗ ਦਾ ਪ੍ਰਭਾਵ ਬੜਾ ਹੈ, ਕੰਮਾਂ ਕਾਰਾਂ ਦੇ ਵਿੱਚ ਬੜੇ ਰੁੱਝੇ ਰਹਿੰਦੇ ਆ ਤੇ ਲੋਕਾਂ ਦੇ ਮਨ ਵਿੱਚ ਇਹ ਹੁੰਦਾ ਕਿ ਸਾਨੂੰ ਜਿੰਨੀ ਜ਼ਿਆਦਾ ਛੂਟ ਹੋ ਸਕੇ ਇਹ ਧਰਮ ਵਾਲੇ ਮਾਰਗ 'ਚ ਓਨਾ ਹੀ ਵਧੀਆ ਵਾ। ਤੇ ਇਹਨਾਂ ਹੀ ਗੱਲਾਂ ਦਾ ਫਾਇਦਾ ਚੁੱਕ ਕੇ ਜਿਹੜੇ ਪੰਥ ਦੋਖੀ ਆ, ਉਹ ਕਹਿੰਦੇ ਆ ਵੀ ਕੋਈ ਨੀ ਅੰਮ੍ਰਿਤ ਵੇਲਾ ਵੀ ਸੰਭਾਲਣ ਦੀ ਲੋੜ ਨਹੀਂ, ਨਾ ਨਿਤਨੇਮ ਕਰਨ ਦੀ ਲੋੜ ਆ, ਵੀ ਸਿੱਖੀ ਕਹਿੰਦੇ ਦਿਲ 'ਚ ਹੋਣੀ ਚਾਹੀਦੀ ਆ। ਬਹੁਤ ਗੱਲਾਂ ਅੱਜ ਕੱਲ੍ਹ ਸੁਣਨ ਨੂੰ ਮਿਲ ਗਿਆ ਵੀ ਅਸੀਂ ਜੇ ਗੁਰੂ ਕੇ ਸਿੱਖ, ਗੁਰੂ ਸਾਡੇ ਮਨ ਵਿੱਚ ਵਸਦਾ, ਦਿਲ 'ਚ ਵਸਦਾ, ਅਸੀਂ ਸਾਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਆ ਜਾਂ ਸਾਨੂੰ ਕਕਾਰ ਧਰਨ ਦੀ ਕੀ ਲੋੜ ਆ। ਸੋ ਸਾਧ ਸੰਗਤ ਜੀ ਇਹ ਸਭ ਝੂਠ ਤੇ ਕੂੜ ਪਸਾਰਾ ਵਾ। ਪਹਿਲੀ ਗੱਲ ਤੇ ਜਿਹੜਾ ਕਹਿੰਦਾ ਵਾ ਨਾ ਕਿ ਸਿੱਖੀ ਮੇਰੇ ਮਨ 'ਚ ਆ ਜਾਂ ਦਿਲ 'ਚ ਮੇਰੇ ਗੁਰੂ ਵਸਦਾ ਵਾ, ਤੇ ਉਹ ਤੋਂ ਇਹ ਪੁੱਛੋ ਵੀ ਜੇ ਤੇਰੇ ਦਿਲ 'ਚ ਗੁਰੂ ਵਸਦਾ ਵਾ ਤੇ ਤੂੰ ਗੁਰੂ ਕਾ ਸਿੱਖ ਬਣਿਆ ਵਾ ਤੇ ਤੇਰੇ ਤੋਂ ਗੁਰੂ ਦੀ ਇੱਕ ਗੱਲ ਹੀ ਨੀ ਮੰਨੀ ਗਈ, ਅੰਮ੍ਰਿਤ ਨੀ ਛਕਿਆ ਗਿਆ ਹਾਲੇ ਤੱਕ। ਵੀ ਜੇ ਤੂੰ ਏਡਾ ਹੀ ਗੁਰੂ ਨੂੰ ਦਿਲ 'ਚ ਵਸਾਉਣ ਵਾਲਾ ਹੁੰਦਾ ਤੇ ਤੂੰ ਅੰਮ੍ਰਿਤ ਨਾ ਛਕਦਾ, ਗੁਰੂ ਦੀ ਗੱਲ ਨਾ ਮੰਨਦਾ। ਸਤਿਗੁਰਾਂ ਨੇ ਤੇ ਬਚਨ ਕੀਤਾ ਵਾ ਨਾ ਕਿ ਗੁਰ ਕਹਿਆ ਸਾਕਾਰ ਕਮਾਵਹੁ, ਗੁਰ ਕੀ ਕਰਨੀ ਕਾਹੇ ਤਾਵਹੁ। ਸਤਿਗੁਰੂ ਜੀ ਕਹਿੰਦੇ ਜੋ ਗੁਰੂ ਜੀ ਨੇ ਹੁਕਮ ਕਰ ਦਿੱਤਾ ਉਸ ਹੁਕਮ ਨੂੰ ਮੰਨਣਾ, ਸਿਰ ਮੱਥੇ ਮੰਨਣਾ ਸਿੱਖ ਦਾ ਕੰਮ ਆ। ਇਹ ਨਹੀਂ ਕਿ ਜੋ ਗੁਰੂ ਨੇ ਕਰ ਲਿਆ, ਗੁਰੂ ਵਰਗੇ ਤੇ ਆਪਾਂ ਨਹੀਂ ਨਾ ਹੋ ਸਕਦੇ, ਜਾਂ ਗੁਰੂ ਨੇ ਜੋ ਪੂਰਨੇ ਪਾਏ ਆ, ਭਾਵ ਜਿਵੇਂ ਗੁਰੂ ਸਾਹਿਬ ਜੀ ਨੇ ਆਪਣਾ ਸਾਰਾ ਸਰਬੰਸ ਵਾਰਿਆ ਆਪਾਂ ਤੇ ਨਹੀਂ ਨਾ ਵਾਰ ਸਕਦੇ ਉਵੇਂ, ਪਰ ਜੋ ਗੁਰੂ ਨੇ ਹੁਕਮ ਕੀਤਾ ਉਹ ਜ਼ਰੂਰ ਕਮਾ ਸਕਦੇ ਆਪਾਂ। ਗੁਰੂ ਦੀ ਰੀਸ ਨਹੀਂ ਕਰ ਸਕਦੇ, ਪਰ ਗੁਰੂ ਸਾਹਿਬ ਜੀ ਦੇ ਦਿੱਤੇ ਹੁਕਮਾਂ ਤੇ ਜ਼ਰੂਰ ਚੱਲ ਸਕਦੇ ਆਪਾਂ। ਉਹ ਆਪਣਾ ਉਦਮ ਤੇ ਫਰਜ਼ ਵੀ ਬਣਦਾ ਵਾ। ਇਸ ਕਰਕੇ ਸਾਧ ਸੰਗਤ ਜੀ ਜਿਹੜੇ ਲੋਕਾਂ ਵਿੱਚ ਆਲਸ ਆ ਗਿਆ ਵਾ ਤੇ ਇਹੋ ਜਿਹੇ ਆਲਸ ਦਾ ਤੇ ਲੋਕਾਂ ਦੀ ਮਜਬੂਰੀ ਦਾ ਫਾਇਦਾ ਚੁੱਕ ਕੇ ਪੰਥ ਦੋਖੀ ਜਿਹੜੇ ਗੱਦਾਰ ਨੇ ਉਹ ਕਹਿੰਦੇ ਆ ਵੀ ਇਹੋ ਜਿਹਾ ਕੰਮ ਨਹੀਂ ਕਰਨਾ, ਅੰਮ੍ਰਿਤ ਕਕਾਰ ਵੀ ਧਾਰਨੇ ਨਹੀਂ ਹੈ, ਅੰਮ੍ਰਿਤ ਛਕਣ ਦੀ ਵੀ ਲੋੜ ਨਹੀਂ, ਅੰਮ੍ਰਿਤ ਵੇਲਾ ਸੰਭਾਲਣ ਦੀ, ਬਾਣੀ ਪੜ੍ਹਨ ਦੀ ਲੋੜ ਨਹੀਂ। ਉਹਨਾਂ ਤੋਂ ਸੁਚੇਤ ਰਹਿਣਾ ਵਾ ਤੇ ਅੰਮ੍ਰਿਤ ਵੇਲੇ ਉੱਠ ਕੇ ਸਭ ਤੋਂ ਪਹਿਲਾਂ ਸਿੱਖ ਦਾ ਫਰਜ਼ ਆ ਵੀ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦਾ ਉੱਠੇ, ਇਸ਼ਨਾਨ ਕਰੇ ਤੇ 5 ਬਾਣੀਆਂ ਦਾ ਨਿਤਨੇਮ ਕਰੇ।
फिर दोबारा मैं दस दिना वा, पहली बाणी श्री जपजी साहब पढ़नी, दूसरी बाणी श्री जाप साहिब, तीसरी बाणी प्रसाद सवैये, चौथी बाणी चौपई साहिब, पंजवीं बाणी आनंद साहिब। ये 5 बाणियां दा नितनेम हर सिख ने हर कीमत के उपर करना ही करना वा। इदों घट सिख नूं, गुरु के सिख नूं सतगुरु साहिब जी वल्लों कोई हुकम नहीं है। 5 बाणियां दा नितनेम करना, इदों वध जिन्नी आप जी दी शरधा वा, भावें कोई 5 ग्रंथी दा नितनेम करे, सुखमनी साहिब जी दा करे, चौपई साहिब दे पाठ कर ले 11 जां जपजी साहिब दे, मतलब आपो अपनी शरधा जिन्ना कोई वध कर सकदा वा। ਉਹਦੇ ਉੱਪਰ ਰੋਕ ਨਹੀਂ, ਉਹ ਜਿੰਨਾ ਮਰਜ਼ੀ ਕਰੇ, ਪਰ ਸਭ ਤੋਂ ਪਹਿਲਾਂ 5 ਬਾਣੀਆਂ ਦਾ ਨਿਤਨੇਮ ਕਰਨਾ। ਸ਼ਾਮ ਦੇ ਵੇਲੇ ਫਿਰ ਸਾਧ ਸੰਗਤ ਜੀ ਰਹਿਰਾਸ ਸਾਹਿਬ ਕਰਨੀ ਆਰਤੀ ਨਾਲ। ਫਿਰ ਸੌਣ ਦੇ ਲੱਗਿਆਂ, ਜਦੋਂ ਸੌਣ ਦਾ ਵੇਲਾ ਹੁੰਦਾ ਨਾ ਰਾਤ ਨੂੰ, ਜਦੋਂ ਵੀ ਕਿਸੇ ਨੇ ਸੌਣਾ ਵਾ, ਉਦੋਂ 5 ਇਸ਼ਨਾਨਾਂ ਕਰਕੇ ਫਿਰ ਸਾਧ ਸੰਗਤ ਜੀ ਸਿਰਹਾਣੇ ਵਾਲੇ ਪਾਸੇ ਮੁੱਖ ਕਰਕੇ ਨਾ, ਜਿਸ ਮੰਜੇ ਤੇ ਜਾਂ ਬੈੱਡ ਤੇ ਸੌਣਾ ਵਾ, ਪੈਰਾਂ ਵਾਲੇ ਪਾਸੇ ਨਹੀਂ, ਸਿਰਹਾਣੇ ਵਾਲੇ ਪਾਸੇ ਮੁੱਖ ਕਰਕੇ ਤੇ ਸਾਧ ਸੰਗਤ ਜੀ ਕੀਰਤਨ ਸੋਹਿਲਾ ਸਾਹਿਬ ਜੀ ਦੀ ਬਾਣੀ ਪੜ੍ਹਨੀ, ਰੱਖਿਆ ਕੇ ਸ਼ਬਦ ਕੀਰਤਨ ਸੋਹਿਲਾ। ਉਹਦੇ ਨਾਲ ਇਹ ਹੁੰਦਾ ਵਾ ਕਿ ਜਿਹੜਾ ਕੋਈ ਸਿੱਖ ਸੁੱਤੇ ਪਿਆਂ ਵੀ ਜਾਂ ਕਿਵੇਂ ਵੀ ਚੜ੍ਹਾਈ ਕਰ ਜਾਵੇ, ਕਦੇ ਟੇਢੀਆਂ ਜੂਨਾਂ ਵਿੱਚ ਨਹੀਂ ਜਾਵੇਗਾ, ਜਿਹੜਾ ਕੀਰਤਨ ਸੋਹਿਲਾ ਦੀ ਬਾਣੀ ਪੜ੍ਹ ਕੇ ਸੌਂਦਾ ਵਾ। ਇਹ ਤੇ ਹੋ ਗਿਆ ਵੀ ਜਿਹੜੇ ਪੜ੍ਹੇ ਲਿਖੇ ਸਿੱਖ ਆ ਜਾਂ ਜਿਹੜੇ ਗੁਰਬਾਣੀ ਪੜ੍ਹ ਲੈਂਦੇ ਆ। ਕਈ ਹੁਣ ਵਿਚਾਰੇ ਹੁੰਦੇ ਆ ਵੀ ਜਿਵੇਂ ਬਜ਼ੁਰਗ ਜਾਂ ਕਈਆਂ ਨੂੰ ਬਾਣੀ ਨਹੀਂ ਪੜ੍ਹਨੀ ਆਉਂਦੀ, ਉਹ ਸੋਚਦੇ ਆ ਵੀ ਅਸੀਂ ਕੀ ਕਰੀਏ, ਬਾਣੀ ਤਾਂ ਪੜ੍ਹਨੀ ਨਹੀਂ ਜਾਂਦੀ, ਨਾ ਹੁਣ ਇਸ ਉਮਰ ਵਿੱਚ ਅਸੀਂ ਸਿੱਖ ਸਕਦੇ ਹਾਂ। ਤਾਂ ਸਤਿਗੁਰਾਂ ਨੇ ਹੁਕਮ ਕੀਤਾ ਕਿ ਜਿਹੜੇ ਸਿੱਖ ਬਾਣੀ ਨਹੀਂ ਪੜ੍ਹ ਸਕਦੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਜਿਹੜੇ ਗੁਰੂ ਕੇ ਸਿੱਖ ਬਾਣੀ ਨਹੀਂ ਪੜ੍ਹ ਸਕਦੇ, ਉਹਨਾਂ ਨੇ ਸ਼ੰਕਾ ਨਹੀਂ ਕਰਨੀ ਕਿ ਸਾਡੀ ਮੁਕਤੀ ਨਹੀਂ ਹੋਣੀ। ਉਹਨਾਂ ਵਾਸਤੇ ਇਹ ਹੁਕਮ ਕਿ ਉਹ ਅੰਮ੍ਰਿਤ ਵੇਲੇ ਉੱਠਣ, ਇਸ਼ਨਾਨ ਪਾਣੀ ਕਰਨ, ਅੰਮ੍ਰਿਤ ਵੇਲੇ ਚੌਂਕੜਾ ਲਾ ਕੇ ਘੱਟੋ ਘੱਟ ਸਵਾ ਘੰਟਾ ਮੂਲ ਮੰਤਰ ਦਾ ਜਾਂ ਗੁਰ ਮੰਤਰ ਦਾ ਵਾਹਿਗੁਰੂ ਸਿਮਰਨ, ਜਾਂ ਫਿਰ ਇੱਕ ਓਅੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਮੂਲ ਮੰਤਰ ਦਾ ਜਾਪ ਕਰਨ। ਫਿਰ ਇਸੇ ਤਰ੍ਹਾਂ ਹੀ ਸ਼ਾਮ ਨੂੰ ਰਹਿਰਾਸ ਸਾਹਿਬ ਦੇ ਵੇਲੇ ਵੀ ਸਵਾ ਘੰਟਾ ਵਾਹਿਗੁਰੂ ਦਾ ਜਾਂ ਮੂਲ ਮੰਤਰ ਦਾ ਜਾਪ ਕਰਨਾ। ਫਿਰ ਇਹ ਸਾਧ ਸੰਗਤ ਜੀ ਸੌਣ ਲੱਗਿਆਂ 15 ਮਿੰਟ ਵਾਹਿਗੁਰੂ ਮੂਲ ਮੰਤਰ ਦਾ ਸਿਮਰਨ ਕਰਨਾ। ਇਹ ਹਰ ਸਿੱਖ ਦੇ ਲਈ ਸਤਿਗੁਰਾਂ ਨੇ ਹੁਕਮ ਬੰਨਿਆ। ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਜਿਵੇਂ ਇਤਿਹਾਸ ਵਿੱਚ ਬੜੀਆਂ ਸਾਖੀਆਂ ਦੇ ਬੇਅੰਤ ਆਉਂਦੀਆਂ ਵਾ, ਉਹਨਾਂ ਆਪਣੇ ਕੋਲ ਸਮਾਂ ਵੀ ਨਹੀਂ, ਤੇ ਇੱਕ ਸਾਖੀ ਮੈਂ ਛੋਟੀ ਜਿਹੀ ਸੁਣਾਉਣਾ ਵਾ। ਤੀਸਰੇ ਪਾਤਸ਼ਾਹ ਦੇ ਪਾਸ ਗੁਰੂ ਕੇ ਸਿੱਖ ਆਏ ਚੱਲ ਕੇ, ਕਹਿੰਦੇ ਸਤਿਗੁਰੂ ਜੀ, ਇਸ ਸੰਸਾਰ ਦੇ ਵਿੱਚ ਅੱਜ ਦਾ ਜਿਹੜਾ ਸਮਾਂ ਕਲਯੁਗ ਦਾ, ਤੇ ਇਸ ਸੰਸਾਰ ਦੇ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਸਾਡਾ ਪਾਰ ਉਤਾਰਾ ਕਿਵੇਂ ਹੋ ਸਕਦਾ, ਅਸੀਂ ਕਿਵੇਂ ਮੁਕਤ ਹੋ ਸਕਦੇ ਹਾਂ, ਸਾਡੇ ਕੋਲ ਇੰਨਾ ਟਾਈਮ ਵੀ ਨਹੀਂ ਹੁੰਦਾ ਸੇਵਾ ਸਿਮਰਨ ਕਰਨ ਦਾ। ਤਾਂ ਉਸ ਵੇਲੇ ਸਤਿਗੁਰਾਂ ਨੇ ਬਚਨ ਕੀਤਾ ਸੀ ਕਿ ਘੱਟੋ ਘੱਟ ਦਿਹਾੜੀ ਦੇ ਵਿੱਚ, ਇੱਕ ਦਿਨ ਦੇ 24 ਘੰਟਿਆਂ ਦੇ ਵਿੱਚ ਤੁਸੀਂ 2.5 ਘੰਟੇ ਸਿਮਰਨ ਕਰਨਾ ਵਾ, ਜਾਂ ਬਾਣੀ ਪੜ੍ਹਨੀ ਹੈ, ਜਾਂ ਫਿਰ 4 ਘੜੀਆਂ ਸਿਮਰਨ ਕਰਨਾ। 4 ਘੜੀਆਂ ਹੁੰਦੀਆਂ ਸਾਧ ਸੰਗਤ ਜੀ, ਇੱਕ ਘੜੀ 22 ਮਿੰਟ ਦੀ ਹੁੰਦੀ ਆ, ਕਈ 24 ਮਿੰਟਾਂ ਦੀ ਵੀ ਮੰਨਦੇ ਆ, ਉਸ ਤਰ੍ਹਾਂ 22 ਜਾਂ 22.5 ਮਿੰਟ ਦੀ ਇੱਕ ਘੜੀ ਅੱਜ ਕੱਲ੍ਹ ਮੰਨੀ ਜਾਂਦੀ ਹੈ ਵਿਦਵਾਨਾਂ ਅਨੁਸਾਰ। ਤਾਂ ਸਤਿਗੁਰਾਂ ਨੇ ਬਚਨ ਕੀਤਾ ਕਿ 4 ਘੜੀਆਂ ਜਿਹੜਾ ਸਿਮਰਨ ਕਰੇਗਾ ਨਾ, ਉਹ ਕਦੇ ਵੀ ਨਰਕਾਂ 'ਚ ਨਹੀਂ ਜਾਊਗਾ, ਉਹ ਮੁਕਤੀ ਉਹਦੀ ਪੱਕਾ ਅਵश्य ਹੋਵੇਗੀ। ਤੇ ਸਤਿਗੁਰਾਂ ਨੇ ਉਦਾਹਰਣ ਦਿੱਤੀ ਕਿ ਵੇਖੋ ਗੁਰੂ ਕੇ ਸਿੱਖੋ, ਜਿਵੇਂ ਇੱਕ ਕਿਸ਼ਤੀ ਹੁੰਦੀ ਹੈ ਨਾ, ਕਿਸ਼ਤੀ, ਉਹ ਕਿਸੇ ਨਦੀ ਦਰਿਆ ਵਿੱਚ ਜਾਂ ਸਮੁੰਦਰ ਦੇ ਵਿੱਚ ਭਾਵੇਂ ਕਿੰਨਾ ਮਰਜ਼ੀ ਭਾਰ ਉਹਦੇ ਉੱਤੇ ਪਰ ਲੱਦ ਲਓ, ਪਰ ਉਹ 4 ਕੁ ਉਂਗਲਾਂ ਜਦੋਂ ਬਾਹਰ ਰਹਿੰਦੀ ਹੈ ਨਾ ਪਾਣੀ ਤੋਂ, ਤੇ ਉਹ ਆਪ ਵੀ ਤਰਦੀ ਹੈ, ਉੱਪਰ ਜਿਹੜਾ ਸਮਾਨ ਹੈ ਉਹਨੂੰ ਵੀ ਤਾਰ ਕੇ ਦੂਜੇ ਕਿਨਾਰੇ ਤੇ ਲਾ ਦਿੰਦੀ ਹੈ। ਇਸੇ ਤਰ੍ਹਾਂ ਇਸ ਸੰਸਾਰ ਦੇ ਵਿੱਚ ਭਾਵੇਂ ਮਨੁੱਖ ਕਿੰਨਾ ਵੀ ਵਿਅਸਤ ਆ, ਕਿੰਨਾ ਵੀ ਉਹਦੇ ਉੱਪਰ ਬੋਝ ਆ ਜ਼ਿੰਮੇਵਾਰੀਆਂ ਦਾ, ਕੰਮਕਾਰ ਦਾ, ਤੇ ਜੇ ਉਹ ਦਿਹਾੜੀ ਦੇ ਵਿੱਚ ਇਹ ਸਾਰੇ ਕੰਮਾਂ ਕਾਰਾਂ ਨੂੰ ਕਰਦਾ ਹੋਇਆ ਸਿਰਫ 4 ਘੜੀਆਂ, ਭਾਵ 22-22 ਮਿੰਟ ਦੀ ਘੜੀ ਦਾ ਹਿਸਾਬ ਲਾ ਲਓ ਆਪਾਂ, 1.5 ਘੰਟਾ ਜੇ ਸਿਮਰਨ ਕਰ ਲਵੇ ਦਿਹਾੜੀ ਵਿੱਚ, ਜਾਂ 2.5 ਘੰਟੇ, ਤੇ ਉਹ ਵੀ ਜਿਵੇਂ ਕਿਸ਼ਤੀ 4 ਉਂਗਲਾਂ ਪਾਣੀ ਤੋਂ ਬਾਹਰ ਰਹਿ ਕੇ ਆਪ ਵੀ ਤਰਦੀ ਹੈ ਤੇ ਦੂਜਿਆਂ ਨੂੰ ਵੀ ਤਾਰ ਲੈਂਦੀ, ਇਸੇ ਤਰ੍ਹਾਂ ਗੁਰੂ ਕਾ ਸਿੱਖ ਵੀ ਤਰ ਜਾਂਦਾ ਵਾ, ਤੇ ਜਿਹੜੇ ਉਹਦੇ ਨਾਲ ਲੱਗਦੇ ਆ ਸਿਮਰਨ ਕਰਦੇ ਆ, ਉਹ ਵੀ ਤਰ ਜਾਂਦੇ ਆ। ਇਸ ਤਰ੍ਹਾਂ ਸਤਿਗੁਰਾਂ ਨੇ ਸਿੱਖਾਂ ਨੂੰ ਉਪਦੇਸ਼ ਦੇ ਕੇ ਨਿਹਾਲ ਕੀਤਾ ਸੀ। ਸਾਧ ਸੰਗਤ ਜੀ, ਫਿਰ ਦਸਮੇਸ਼ ਪਾਤਸ਼ਾਹ ਜੀ ਨੇ ਜਦੋਂ ਅੰਮ੍ਰਿਤ ਛਕਾਇਆ ਨਾ, ਉਸ ਵੇਲੇ ਇਹ ਵੀ ਬਚਨ ਕੀਤੇ ਸੀ, ਕਿਰਪਾਨ ਪਾਨ ਧਾਰੀਅੰ, ਕਰੋੜ ਪਾਪ ਟਾਰੀਅੰ। ਜਿਹੜਾ ਗੁਰੂ ਕਾ ਸਿੱਖ ਅੰਮ੍ਰਿਤ ਛਕ ਕੇ ਹਿੱਸਾਧਾਰੀ ਹੋ ਕੇ, ਸਾਧ ਸੰਗਤ ਜੀ ਜਦੋਂ ਅੰਮ੍ਰਿਤ ਛਕਣਾ ਵਾ ਨਾ ਸਿੱਖ ਨੇ, ਜਦੋਂ ਸਰੀਰ ਦੇ ਉੱਪਰ ਕਿਰਪਾਨ ਪਾ ਲਈ, ਸ਼੍ਰੀ ਸਾਹਿਬ ਧਾਰਨ ਕਰ ਲਈ, ਉਸ
ਸ਼੍ਰੀ ਸਾਹਿਬ ਧਾਰਨ ਦਾ ਹੀ ਇੰਨਾ ਮਹੱਤਵ ਆ, ਕਹਿੰਦੇ ਸਤਿਗੁਰੂ ਜੀ ਬਚਨ ਕੀਤਾ, ਕਰੋੜ ਪਾਪ ਟਾਰੀ। ਉਹਦੇ ਕਰੋੜਾਂ ਪਾਪ ਜਿਹੜੇ ਕੀਤੇ ਆ ਨਾ ਅੱਜ ਤੱਕ, ਉਹ ਸੜ ਕੇ ਸੁਆਹ ਹੋ ਜਾਣਗੇ ਸਿਰਫ ਇੱਕ ਸ਼੍ਰੀ ਸਾਹਿਬ ਪਾਉਣ ਦੇ ਨਾਲ। ਇੰਨਾ ਵੱਡਾ ਸ਼ਸਤਰਾਂ ਦਾ ਮਹੱਤਵ ਆ। ਸਾਧ ਸੰਗਤ ਜੀ, ਅੱਜ ਕੱਲ ਤੇ ਆਪਾਂ ਸ਼ਸਤਰ ਧਾਰਨੇ ਜਾਂ ਕਿਰਪਾਨ ਪਾਉਣ ਨੂੰ, ਇਹ ਵੀ ਸਿੱਖਾਂ ਦੇ ਵਿੱਚ ਬੜਾ ਹੈ, ਤੇ ਸਤਿਗੁਰਾਂ ਦਾ ਹੁਕਮ ਆ ਕਿ ਹਰ ਸਿੱਖ ਮੇਰਾ ਅੰਮ੍ਰਿਤਧਾਰੀ ਹੋਵੇ, ਸ਼੍ਰੀ ਸਾਹਿਬ ਧਾਰੀ ਹੋਵੇ, ਘੱਟੋ ਘੱਟ 9 ਇੰਚੀ। ਪਰ ਆਪਣੇ ਵਿੱਚ ਇੰਨਾ ਆਲਸ ਆ ਗਿਆ, ਆਪਾਂ ਦੁਨੀਆ ਦੀ ਬੇਇੱਜ਼ਤੀ, ਦੁਨੀਆ ਦੀ ਆਪਾਂ ਨਜ਼ਰਾਂ ਵਿੱਚ ਸੋਹਣੇ ਦਿਖਣ ਦੇ ਲਈ ਆਪਾਂ ਇੰਨੀ ਆਪਣੇ ਆਪ ਨੂੰ ਬੇਇੱਜ਼ਤੀ ਮਹਿਸੂਸ ਕਰਦੇ ਹਾਂ। ਸ਼੍ਰੀ ਸਾਹਿਬ ਵੀ ਬਿਲਕੁਲ ਛੋਟੀ ਕਰ ਦਿੱਤੀ, 2-2 ਇੰਚ ਦੀ, 4 ਇੰਚ ਦੀ, 5 ਇੰਚ ਦੀ ਸ਼੍ਰੀ ਸਾਹਿਬ ਲੋਕ ਪਾਈ ਫਿਰਦੇ ਆ। ਤੇ ਫਿਰ ਪਾਉਣੀ ਵੀ ਆ, ਤੇ ਉਹ ਵੀ ਸਾਰੇ ਵਸਤਰਾਂ ਦੇ ਥੱਲੇ, ਉਹਦੀ ਵੀ ਕਿਸੇ ਨੂੰ ਦਿਸ ਨਾ ਜਾਵੇ ਵੀ ਮੈਂ ਕਿਤੇ ਅੰਮ੍ਰਿਤ ਛਕਿਆ ਵਾ। ਇਹ ਗੱਲਾਂ ਹੈ ਨਾ ਸਾਧ ਸੰਗਤ ਜੀ, ਸਾਰਿਆਂ ਵਿੱਚ ਪ੍ਰਤੱਖ ਹੀ ਆ। ਆਪਾਂ ਆਪਣੇ ਆਪ ਆਸੇ ਪਾਸੇ ਵੇਖੀਏ ਜਾਂ ਆਪਣੇ ਆਪ ਵੱਲ ਝਾਤੀ ਮਾਰ ਲਈਏ, ਆਪਾਂ ਨੂੰ ਇਹ ਹੁੰਦਾ ਵੀ ਕਿਤੇ ਕੋਈ ਸਾਨੂੰ ਵੇਖ ਕੇ ਇਹ ਨਾ ਆਖੇ ਵੀ ਇਹਨੇ ਅੰਮ੍ਰਿਤ ਛਕਿਆ ਵਾ, ਜਾਂ ਕੋਈ ਏਦਾਂ ਵਾ, ਕਕਾਰ ਪਾਇਆ, ਕਿੱਦਾਂ ਦਾ ਲੱਗਦਾ। ਇਹ ਬੇਇੱਜ਼ਤੀ ਆਪਾਂ ਆਪਣੇ ਆਪ ਵਿੱਚ ਮਹਿਸੂਸ ਕਰਨੇ, ਕੋਈ ਨਹੀਂ ਆਖਦਾ ਤੁਹਾਨੂੰ। ਤੇ ਇਸੇ ਕਰਕੇ ਹੀ ਆਪਣਾ ਫਿਰ ਸਿੱਖੀ ਵੱਲ ਕਰੇਜ਼ ਘੱਟਦਾ ਵਾ, ਤੇ ਸਿੱਖੀ ਵੱਲੋਂ ਫਿਰ ਟੁੱਟਦੇ ਜਾਂਦੇ ਆ ਹੌਲੀ ਹੌਲੀ। ਜਿੰਨੀ ਆਪਾਂ ਘਾਟ ਕਰਾਂਗੇ, ਓਨਾ ਹੀ ਆਪਾਂ ਦੂਰ ਹੁੰਦੇ ਜਾਵਾਂਗੇ। ਪੁਰਾਣੇ ਜ਼ਮਾਨੇ ਵਿੱਚ ਕੀ ਸੀ, ਸਾਰੇ ਸਿੱਖ ਸ਼ਸਤਰਧਾਰੀ ਹੁੰਦੇ ਸੀ, ਤੇ ਚੜ੍ਹਦੀ ਕਲਾ ਵਾਲੀ ਬਾਣੀ ਪੜ੍ਹਦੇ ਹੁੰਦੇ ਸੀ, ਤੇ ਨਾ ਉਹਨਾਂ ਲਾਗੇ ਕੋਈ ਉਹੋ ਜਿਹੀ ਚੀਜ਼ ਆਉਂਦੀ ਸੀ, ਨਾ ਕੋਈ ਦੁਸ਼ਮਣ ਉਹਨਾਂ ਤੇ ਹਾਵੀ ਹੁੰਦਾ ਸੀ। ਤਿਆਰ ਬਰ ਤਿਆਰ ਰਹਿੰਦੇ ਸੀ, ਆਪਣੀ ਰੱਖਿਆ ਵੀ ਆਪ ਕਰਦੇ ਸੀ। ਤੇ ਅੱਜ ਕੱਲ੍ਹ ਆਪਾਂ ਨਾ ਸ਼੍ਰੀ ਸਾਹਿਬ ਪਾਈਏ, ਰਾਹ 'ਚ ਜਾਂਦਾ ਕੋਈ ਇੱਜ਼ਤ ਪੱਤ ਨੂੰ ਹੱਥ ਪਾ ਲਿਆ, ਤੇ ਫਿਰ ਕੀ ਕਰੋਗੇ? ਨਾ ਤੁਹਾਡੇ ਕੋਲ ਸ਼ਸਤਰ ਨਾ ਕੁਛ। ਸ਼ਸਤਰ ਧਾਰਨ ਦਾ ਮਤਲਬ ਇਹੀ ਸੀ ਨਾ, ਕਿਉਂਕਿ ਜਦੋਂ 10ਵੇਂ ਪਾਤਸ਼ਾਹ ਦੇ ਕੋਲ ਸਿੱਖ ਆਉਂਦੇ ਸੀ ਨਾ, ਦੂਰੋਂ ਦੂਰੋਂ ਕਾਬਲ ਕੰਧਾਰ ਤੋਂ ਚੱਲ ਕੇ ਜਾਂ ਪੰਜਾਬ ਚੋਂ ਅਨੰਦਪੁਰ ਸਾਹਿਬ ਆਉਣਾ, ਜਦੋਂ ਰਾਹ ਵਿੱਚ ਜਿਹੜੇ ਸੁਲਤਾਨੀਏ ਜਾਂ ਹੋਰ ਮੜੀਆਂ ਮਸਾਣੀਆਂ ਨੂੰ ਮੰਨਣ ਵਾਲੇ ਸੀ, ਉਹ ਸਿੱਖਾਂ ਨਾਲ ਲੱਗਣ ਲੱਗ ਪਏ ਸੀ। ਰਾਹ ਵਿੱਚ ਸਿੱਖਾਂ ਨੇ ਲੁੱਟ ਖੋਹ ਕਰ ਲੈਣੀ, ਸਤਿਗੁਰਾਂ ਦੇ ਲਈ ਲਿਆਂਦੇ ਜਿਹੜੇ ਘੋੜੇ ਆ ਉਹ ਖੋਹ ਲੈਣੇ, ਕਈ ਵਾਰ ਧਨ ਪਦਾਰਥ ਖੋਹ ਲੈਣਾ। ਤੋ ਸਿੱਖ ਆ ਕੇ ਬੇਨਤੀ ਕਰਦੇ ਸੀ, ਸਤਿਗੁਰੂ ਜੀ ਸਾਨੂੰ ਇਹ ਬੜੇ ਜ਼ੁਲਮ ਕਰਦੇ ਆ ਜਿਹੜੇ ਲੋਕ ਆ ਰਾਹ 'ਚ, ਹਿੰਦੂ ਮੁਸਲਮਾਨ, ਕਈ ਸਾਰੇ ਨਹੀਂ, ਮਤਲਬ ਜਿਹੜੇ ਕਈ ਹੁੰਦੇ ਆ ਸ਼ਰਾਰਤੀ ਤੱਤਵ, ਇਹ ਸਾਡੇ ਨਾਲ ਬੜੀ ਵਧੀਕੀ ਕਰਦੇ ਆ। ਉਸ ਵੇਲੇ ਵੀ ਸਤਿਗੁਰਾਂ ਨੇ ਹੁਕਮ ਕੀਤਾ ਵੀ ਸਿੱਖ ਸਾਡੇ ਸ਼ਸਤਰਧਾਰੀ ਹੋਣ। ਇੱਕ ਤੇ ਸਾਧ ਸੰਗਤ ਜੀ ਵੇਖੋ, ਜਦੋਂ ਤੁਸੀਂ, ਤੁਹਾਡੇ ਕੋਲ ਜੇ 3 ਫੁੱਟੀ ਕਿਰਪਾਨ ਹੋਏਗੀ ਜਾਂ 9 ਇੰਚ ਤੁਸੀਂ ਸ਼੍ਰੀ ਸਾਹਿਬ ਧਾਰਨ ਕੀਤੀ ਅੰਮ੍ਰਿਤ ਛਕ ਕੇ ਸਰਬਲੋਹ ਦੀ, ਜੇ ਕੋਈ ਦੁਸ਼ਮਣ ਤੁਹਾਡੇ ਵੱਲ ਆਉਣ ਤਾਂ ਕਰੇਗਾ ਵੀ ਨਾ, ਜਦੋਂ ਉਹਨੇ ਵੇਖਿਆ ਵੀ ਸਿੱਖ ਆ, ਗੁਰੂ ਘਰ ਤੇ ਇਹਨੇ ਸ਼੍ਰੀ ਸਾਹਿਬ ਫੜੀ ਆ, ਤੇ ਬੰਦੇ ਨੂੰ ਆਪਣੀ ਜਾਨ ਦੀ ਵੀ ਤੇ ਪਰਵਾਹ ਹੁੰਦੀ ਹੈ ਨਾ। ਪਹਿਲੀ ਗੱਲ ਤੇ ਉਹ ਦੂਰੋਂ ਹੀ ਮੁੜ ਜਾਏਗਾ, ਵੀ ਐਵੇਂ ਕਿਤੇ ਪੰਗਾ ਪੈ ਨਾ ਜਾਵੇ, ਅਗਲਾ ਵੀ ਵਾਰ ਕਰੂਗਾ, ਸੁੱਕਾ ਤੇ ਜਾਣ ਨਹੀਂ ਦਿੰਦਾ। ਉਹ ਇਹ ਸ਼੍ਰੀ ਸਾਹਿਬ ਇਹ ਨਹੀਂ ਵੀ ਆਪਾਂ ਜ਼ਰੂਰੀ ਲੜਨਾ ਹੀ ਆ, ਇਹ ਸਿਰਫ ਆਪਣੀ ਰੱਖਿਆ ਵਾਸਤੇ ਹੁੰਦੀ ਆ। ਬੰਦਾ ਵੇਖ ਕੇ ਹੀ ਦੂਰੋਂ ਭੱਜ ਜਾਂਦਾ ਵਾ ਜਿਹੜਾ ਦੁਸ਼ਮਣ ਆ, ਵੀ ਜੇ ਮੈਂ ਇਹਦੇ ਵੱਲ ਗਿਆ ਤੇ ਅਗਲਾ ਜੇ ਕਿਤੇ ਮਾਰ ਦਿੱਤੀ ਤੇ ਮੇਰਾ ਤੇ ਪਾਰ ਉਤਾਰਾ ਹੋ ਜਾਣਾ ਵਾ। ਤੋ ਇਸ ਕਰਕੇ ਸ਼ਸਤਰ ਧਾਰਨਾ ਜ਼ਰੂਰੀ ਆ। ਜੇ ਆਪਾਂ ਨਹੀਂ ਸ਼ਸਤਰ ਧਾਰਾਂਗੇ, ਆਪਣੇ ਬੱਚਿਆਂ ਨੇ ਕਿੱਥੋਂ ਧਾਰਨੇ ਆ, ਜਾਂ ਆਉਣ ਵਾਲੀ ਪੀੜ੍ਹੀ ਨੇ ਕਿੱਥੋਂ ਧਾਰਨੇ ਆ। ਜਿੰਨੀ ਆਪਾਂ ਸਿੱਖੀ ਵਿੱਚ ਕਟੌਤੀ ਕਰਦੇ ਜਾਂਦੇ ਆ, ਓਨੇ ਅੱਗੇ ਪੰਥ ਦਾ ਬੇੜਾ ਬਹਿੰਦਾ ਜਾਂਦਾ, ਕਿਉਂਕਿ ਪੰਥ ਸਾਰਾ ਆਪਣੇ ਸਿੱਖਾਂ ਦੇ ਸਿਰ ਤੇ ਹੀ ਆ ਨਾ। ਗੁਰੂ ਕੇ ਸਿੱਖਾਂ ਨੂੰ ਸਤਿਗੁਰੂ ਜੀ ਨੇ ਸਰਦਾਰੀ ਬਖਸ਼ੀ, ਖਾਲਸਾ ਸਾਜਿਆ ਵਾ, ਤੇ ਖਾਲਸਾ ਮੇਰਾ ਰੂਪ ਹੈ ਖਾਸ। ਇਸ ਕਰਕੇ ਸਾਧ ਸੰਗਤ ਜੀ, ਹਰ ਸਿੱਖ ਨੂੰ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਵਾ। ਫਿਰ ਕੇਸਾਧਾਰੀ ਹੋਣਾ, ਹਰ ਵੇਲੇ ਇਹ ਥੋੜ੍ਹੀ ਜਿਹੀ ਮਰਿਆਦਾ ਵੀ ਦੱਸ ਦੇਣਾ, ਸਵੇਰੇ ਸ਼ਾਮ 2 ਟਾਈਮ ਕੇਸਾਂ ਵਿੱਚ ਕੰਘਾ ਕਰਨਾ ਵਾ। ਫਿਰ ਸੁੰਦਰ ਦਸਤਾਰ ਸਜਾਉਣੀ ਹੈ ਕੇਸਾਂ ਉੱਪਰ। ਫਿਰ ਇੱਕ ਹੱਥ ਵਿੱਚ ਸੱਜੇ ਹੱਥ ਵਿੱਚ ਕੜਾ ਵੀ ਸਰਬਲੋਹ ਦਾ ਪਾ ਕੇ ਰੱਖਣਾ, ਕਛਹਿਰਾ ਧਾਰਨ ਕਰਕੇ ਰੱਖਣਾ, ਜਪ ਦੀ ਨਿਸ਼ਾਨੀ ਹੈ। ਤੇ ਫਿਰ ਝੂਠ ਫਰੇਬ ਤੋਂ ਬਚਣਾ, ਤੇ ਮਾੜੇ ਕੰਮਾਂ ਤੋਂ ਬਚਣਾ। ਫਿਰ 10ਵੇਂ ਪਾਤਸ਼ਾਹ ਨੇ ਇਹ ਵੀ ਬਚਨ ਕੀਤਾ ਸੀ ਕਿ ਖਾਲਸਾ ਜੀ, ਜੇ ਕੋਈ ਸਿੱਖ ਕਿਸੇ ਕਰਮ ਕਰਕੇ, ਵੈਸੇ ਤੇ ਜਦੋਂ ਵੀ ਸਿੱਖ ਨੇ ਅੰਮ੍ਰਿਤ ਛਕ ਲਿਆ ਉਹ ਮੁਕਤੀ ਮੁਕਤ ਆ, ਜੇ ਉਦੋਂ ਬਾਅਦ ਸਦਾ ਅੰਮ੍ਰਿਤ ਆਪਣਾ 7 ਬਾਣੀਆਂ ਦਾ ਨਿਤਨੇਮ ਹੀ ਰਵੇ, ਕੇਵਲ 7 ਬਾਣੀਆਂ ਦੇ ਵੱਧ ਵੀ ਨਾ ਪੜ੍ਹੇ, ਜੀ ਸਿਰਫ 5 ਬਾਣੀਆਂ ਸਵੇਰ ਦੀਆਂ, ਸ਼ਾਮ ਨੂੰ ਰਹਿਰਾਸ ਸਾਹਿਬ ਤੇ ਕੀਰਤਨ ਸੋਹਲਾ ਪੜ੍ਹਦਾ ਰਵੇ ਨਾ, ਇੰਨੀ ਮਰਿਆਦਾ ਰੱਖੀ ਜਾਵੇ, ਤੇ ਉਹ ਕਹਿੰਦੇ, ਸਤਿਗੁਰੂ ਜੀ ਕਹਿੰਦੇ ਵੀ ਮੁਕਤਾ ਸਿੱਖ ਮੇਰੇ ਚਰਨਾਂ 'ਚ ਆ ਕੇ ਵਸੇਗਾ, ਦਿਲ ਵਿੱਚ ਵਸੇਗਾ ਮੇਰੇ ਆ ਕੇ। ਤੇ ਜਿਹੜਾ ਵੱਧ ਬਾਣੀ ਪੜ੍ਹਦਾ, ਵੱਧ ਸਿਮਰਨ ਕਰਦਾ, ਉਹਦੀ ਤੇ ਗੱਲ ਹੀ ਬੜੀ ਗਾਂਹ ਦੀ ਆ, ਉਹ ਤੇ ਸਤਿਗੁਰੂ ਜੀ ਬੜਾ ਪ੍ਰੇਮ ਕਰਦੇ ਹੋ ਸਿੱਖ ਨਾਲ ਤੇ। ਪਰ ਕਹਿੰਦੇ ਸਤਿਗੁਰੂ ਜੀ, ਕਈ ਅੰਮ੍ਰਿਤ ਛਕ ਕੇ ਬਾਅਦ ਦੇ ਵਿੱਚ ਹੋ ਜਾਂਦਾ ਕੋਈ ਇਹੋ ਜਿਹਾ ਕਾਰਜ, ਜਾਂ ਕਰਮਾਂ ਦੇ ਅਨੁਸਾਰ ਕੋਈ ਪਾਪ ਕਰਮ ਹੋ ਜਾਂਦਾ, ਸਤਿਗੁਰਾਂ ਨੇ ਫਿਰ ਵੀ ਬਚਨ ਕੀਤਾ ਕਿ ਜਿਹੜਾ ਮੇਰਾ ਅੰਮ੍ਰਿਤਧਾਰੀ ਸਿੱਖ ਆ ਨਾ, ਤੇ ਜੇ ਕਿਸੇ ਕਾਰਨ ਕਰਕੇ ਉਹ ਮੁਕਤ ਨਾ ਹੋ ਸਕੇ, ਅਸੀਂ ਉਹਨੂੰ 10,000 ਜਨਮ ਸਿੱਖਾਂ ਦੇ ਘਰ ਵਿੱਚ ਮੁੜ-ਮੁੜ ਦੇ ਸਕਦੇ ਹਾਂ। ਭਾਵ ਜੇ ਇੱਕ ਜਨਮ ਵਿੱਚ ਮੁਕਤ ਨਾ ਹੋਇਆ, ਦੂਜਾ ਵੀ ਸਿੱਖ ਉਹਨੂੰ ਸਿੱਖਾਂ ਦੇ ਘਰ ਵਿੱਚ, ਚੜ੍ਹਦੀ ਕਲਾ ਵਾਲੇ ਸਿੱਖਾਂ ਦੇ ਘਰ ਵਿੱਚ ਉਹਨੂੰ ਜਨਮ ਦੇਵਾਂਗੇ ਵੀ ਇਸ ਜਨਮ ਤੋਂ ਭਗਤੀ ਕਰਕੇ ਮੁਕਤ ਹੋ ਜਾ।
ਇਸ ਤਰ੍ਹਾਂ ਕਹਿੰਦੇ ਜੇ 1000 ਜਾਂ ਕਈ ਥਾਂ ਤੇ 10,000 ਵੀ ਲਿਖਿਆ ਵੀ ਇੰਨੇ ਸਤਿਗੁਰੂ ਨੇ ਛੂਟ ਦਿੱਤੀ ਆਪਣੇ ਸਿੱਖਾਂ ਨੂੰ, ਜਿਹੜਾ ਅੰਮ੍ਰਿਤ ਛਕ ਲੈਂਦਾ ਵਾ। ਪਹਿਲੀ ਗੱਲ ਤਾਂ ਜਿਹਨੇ ਅੰਮ੍ਰਿਤ ਛਕ ਲਿਆ ਉਹ ਮੁਕਤ ਹੀ ਮੁਕਤ ਹੈ, ਨਰਕਾਂ ਨੂੰ ਨਹੀਂ ਜਾਏਗਾ। ਤੇ ਜੇ ਕੋਈ ਕਿਸੇ ਕਾਰਨ ਕਰਕੇ ਕੋਈ ਇਹੋ ਜਿਹਾ ਕਾਰਜ ਹੋ ਗਿਆ, ਕੋਈ ਪਾਪ ਹੋ ਗਿਆ, ਤਾਂ ਵੀ ਨਰਕਾਂ ਨੂੰ ਨਹੀਂ ਜਾਵੇਗਾ, ਉਹਦਾ ਜਨਮ ਜ਼ਰੂਰ ਦੁਬਾਰਾ ਸਿੱਖਾਂ ਦੇ ਘਰ ਹੋਵੇਗਾ ਵੀ ਇਸ ਜਨਮ ਵਿੱਚ ਆਪਣੀ ਗਲਤੀ ਸੁਧਾਰ, ਅੰਮ੍ਰਿਤ ਛਕ ਕੇ ਤੇ ਤੇਰਾ ਪਾਰ ਉਤਾਰਾ ਗਾ। ਇੰਨੀ ਸਤਿਗੁਰੂ ਜੀ ਨੇ ਆਪਣੇ ਖਾਲਸੇ ਨੂੰ ਬਖਸ਼ਿਸ਼ ਕੀਤੀ ਆ। ਤੋ ਸਾਧ ਸੰਗਤ ਜੀ ਤਾਂ ਕਰਕੇ ਫਿਰ ਸ਼ਸਤਰ ਜਿਹੜੇ ਆਪਣੇ ਘਰਾਂ ਵਿੱਚ ਪਏ ਹੁੰਦੇ ਆ, ਕਈਆਂ ਨੇ ਆਪਾਂ ਜਿਵੇਂ ਘਰਾਂ ਵਿੱਚ ਕਈਆਂ ਦੇ ਪਿਸਤੌਲਾਂ, ਬੰਦੂਕਾਂ ਹੁੰਦੀਆਂ ਵਾ ਜਾਂ ਸ਼੍ਰੀ ਸਾਹਿਬ ਹੁੰਦੀ ਆ, ਆਪਾਂ ਕੀ ਕਰਦੇ ਆ ਆਪਣੇ ਬੈਡਾਂ ਵਿੱਚ ਰੱਖ ਲੈਂਦੇ ਆ, ਉੱਤੇ ਹਨਾ, ਜਾਂ ਅਲਮਾਰੀ ਵਿੱਚ ਵੀ ਰੱਖਣੀ ਆ ਤੇ ਥੱਲੇ ਲੁਕੋ ਕੇ ਰੱਖਦੇ ਆ। ਏਦਾਂ ਨਹੀਂ ਸਾਧ ਸੰਗਤ ਜੀ, ਸ਼ਸਤਰ ਗੁਰੂ ਦਾ ਖਾਸ ਰੂਪ ਆ। ਜਿੰਨਾ ਸ਼ਸਤਰਾਂ ਦਾ ਸਤਿਕਾਰ ਕਰਾਂਗੇ, ਸਤਿਗੁਰੂ ਸਾਹਿਬ ਜੀ ਦੀ ਓਨੀ ਕਿਰਪਾ ਹੋਣੀ ਹੈ। ਸ਼ਸਤਰ ਹਮੇਸ਼ਾ ਉੱਚੀ ਥਾਂ ਤੇ ਸਜਾ ਕੇ ਰੱਖਣੇ ਆ, ਬੜੀ ਸਾਫ਼ ਸੁਥਰੀ ਥਾਂ ਤੇ, ਸੁੰਦਰ ਬਸਤਰਾਂ ਦੇ ਉੱਪਰ। ਤੋ ਜਦੋਂ ਇੱਕ ਵਾਰੀ ਜਿਹੜਾ ਚੌਧਰੀ ਸੀ ਨਾ ਡੱਲਾ, ਇਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨ ਕਰਨ ਆਇਆ, ਤੇ ਜਦੋਂ ਆ ਰਿਹਾ ਸੀ ਤੇ ਸਾਧ ਸੰਗਤ ਜੀ ਤੁਰਦੇ ਤੁਰਦੇ ਦੀ ਪਹਿਲਾਂ ਧੋਤੀਆਂ ਬੰਨ੍ਹਦੇ ਹੁੰਦੇ ਸੀ, ਜਿਹਨੂੰ ਪਿੰਡਾਂ ਵਿੱਚ ਲੱਕ ਦੀ ਵੀ ਕਹਿ ਦਿੰਦੇ ਆ ਹਨਾ। ਉਹ ਜਦੋਂ ਚੱਲਦਾ ਸੀ ਚਾਦਰਾ ਵੀ ਕਹਿ ਦਿੰਦੇ ਆ, ਪੁਰਾਣੇ ਲੋਕ ਜ਼ਮਾਨੇ ਵਿੱਚ ਲੋਕ ਚਾਦਰਾ ਬੰਨ੍ਹਦੇ ਸੀ। ਉਦੋਂ ਜਦੋਂ ਤੁਰਦਾ ਸੀ ਚਾਦਰਾ ਉਹਦਾ ਥੱਲੇ ਖਹਿੰਦਾ ਸੀ, ਅੱਡੀ ਨਾਲ ਲੱਗ ਕੇ ਤੇ ਧੂੜ ਉੱਡਦੀ ਸੀ। ਤੇ ਸਤਿਗੁਰੂ ਸਾਹਿਬ ਜੀ ਦੇ ਕੋਲ ਜਿਹੜਾ ਸਿੱਖ ਖਲੋਤਾ ਸੀ ਨਾ, ਹਜ਼ੂਰੀਆ ਸਿੱਖ, ਉਹਨੇ ਕਿਹਾ ਵੀ ਚੌਧਰੀ ਆਪਣਾ ਚਾਦਰਾ ਸੰਭਾਲ ਕੇ ਤੁਰ, ਮਿੱਟੀ ਉੱਡਦੀ ਹੈ। ਤੇ ਉਹਨੂੰ ਚੌਧਰੀ ਨੂੰ ਬੜੀ ਮਹਿਸੂਸ ਹੋਈ ਗੱਲ ਕਿ ਮੈਂ ਏਡਾ ਤਗੜਾ ਪਿੰਡ ਦਾ, ਸਾਰੇ ਦਾ, ਇਲਾਕੇ ਦਾ ਚੌਧਰੀ ਆ, ਤੇ ਗੁਰੂ ਕੇ ਸਿੱਖ ਨੇ ਮੈਨੂੰ ਕਿਹਾ ਵੀ ਧੂੜ ਨਾ ਡਾ, ਬੇਅਦਬੀ ਹੁੰਦੀ ਆ। ਮਨ ਵਿੱਚ ਗੱਲ ਰੜਕੀ ਜਾਂਦੀ ਹੈ ਨਾ, ਅਸਕਰ ਆਪਾਂ ਵੀ ਅੱਜ ਕੱਲ੍ਹ ਬੜੀ ਬੜੀ ਮਾੜੀ ਮਾੜੀ ਗੱਲ ਤੋਂ ਬੇਇੱਜ਼ਤੀ ਮਹਿਸੂਸ ਕਰ ਲੈਂਦੇ ਆ। ਜੇ ਕੋਈ ਗੱਲ ਕਹਿ ਦੇਵੇ ਵੀ ਇਸ ਤਰ੍ਹਾਂ ਨਹੀਂ, ਗੁਰਬਾਣੀ ਇਸ ਤਰ੍ਹਾਂ ਪੜ੍ਹਨੀ ਆ, ਜਾਂ ਏਦਾਂ ਅੰਮ੍ਰਿਤ ਛਕ ਕੇ ਤਿਆਰ ਬਰ ਤਿਆਰ ਰਹਿਣਾ, ਆਪਾਂ ਨੂੰ ਵੀ ਬੜੀ ਗੱਲ ਕਈ ਵਾਰ ਚੁੱਭ ਜਾਂਦੀ। ਇਸੇ ਤਰ੍ਹਾਂ ਹੀ ਜਦੋਂ ਵੀ ਉਹਦੇ ਵਿੱਚ ਈਰਖਾ ਮਾੜੀ ਜਿਹੀ ਮਨ ਵਿੱਚ ਆਈ, ਆਪਣੀ ਬੇਇੱਜ਼ਤੀ ਮਹਿਸੂਸ ਕੀਤੀ, ਤੇ ਕਹਿੰਦਾ ਫਿਰ ਜਦੋਂ ਸਭਾ ਸੱਜੀ, ਕਹਿੰਦਾ ਵੀ ਤੁਸੀਂ ਮੈਨੂੰ ਏਦਾਂ ਕਿਉਂ ਕਿਹਾ ਸੀ। ਤੇ ਫਿਰ ਉਹਨੇ ਇੱਕ ਹੋਰ ਗੱਲ ਅਸਚਰਜ ਵੇਖੀ ਕਿ ਸਤਿਗੁਰੂ ਜੀ ਦਾ ਜਿਹੜਾ ਪਲੰਘਾ ਤੇ ਸੱਜਿਆ ਹੀ ਸੀ, ਉੱਤੇ ਚੌਰ ਸਾਹਿਬ ਹੋ ਰਹੀ, ਤੇ ਇੱਕ ਹੋਰ ਪਲੰਘਾ ਸੱਜਿਆ, ਉਹਦੇ ਉੱਪਰ ਬੜਾ ਸੁੰਦਰ ਵਸਤਰ ਚਿੱਟੇ ਇਸ ਰੰਗ ਦਾ ਸਾਫ਼ ਸੁਥਰਾ ਵਿਛਾਇਆ, ਤੇ ਸ਼ਸਤਰ ਰੱਖ ਕੇ ਤੋਂ ਢੱਕਿਆ ਪਿਆ, ਤੇ ਉਹਦੇ ਉੱਤੇ ਵੀ ਚੌਰ ਸਾਹਿਬ ਹੁੰਦੀ ਹੈ। ਇਹ ਗੱਲਾਂ ਵੇਖ ਕੇ ਬੜਾ ਹੈਰਾਨ ਹੋਇਆ, ਤੇ ਫਿਰ ਪੁੱਛਣ ਲੱਗਾ ਵੀ ਗੁਰੂ ਸਾਹਿਬ ਜੀ, ਇਹ ਦੋ ਗੱਲਾਂ ਦੇ ਮੈਨੂੰ ਜਵਾਬ ਦਿਓ ਵੀ ਤੁਸੀਂ, ਪਹਿਲਾਂ ਤਾਂ ਅੱਜ ਤੱਕ ਮੈਂ ਵੇਖਿਆ ਵੀ ਗੁਰੂ ਸਾਹਿਬ ਜੀ ਦੇ ਉੱਪਰ ਹੀ ਚੌਰ ਸਾਹਿਬ ਹੁੰਦੀ ਸੀ, ਜਾਂ ਪੀਰਾਂ ਫਕੀਰ ਜਿਹੜੇ ਤਗੜੇ ਹੈ, ਕੋਈ ਅਵਤਾਰੀ ਪੁਰਸ਼ ਹੈ, ਪਰ ਅੱਜ ਮੈਂ ਇੱਥੇ ਸ਼ਸਤਰਾਂ ਦੇ ਉੱਪਰ ਵੀ ਵੇਖਿਆ ਵੀ ਚੌਰ ਸਾਹਿਬ ਹੋ ਰਹੀ ਹੈ। ਉਸ ਵੇਲੇ ਸਤਿਗੁਰੂ ਜੀ ਨੇ ਬਚਨ ਕੀਤਾ ਕਿ ਵੇਖ ਡੱਲਿਆ, ਜਦੋਂ ਤੂੰ ਚੱਲਦਾ ਸੀ ਤੇਰੀ ਚਾਦਰੇ ਨਾਲ ਉੱਡ ਕੇ ਮਿੱਟੀ ਸ਼ਸਤਰਾਂ ਦੇ ਉੱਪਰ ਪੈਂਦੀ ਸੀ, ਤੇ ਇਸ ਕਰਕੇ ਸਿੱਖ ਨੇ ਤੈਨੂੰ ਆਖਿਆ ਸੀ ਵੀ ਆਪਣਾ ਚਾਦਰਾ ਸੰਭਾਲ ਕੇ ਤੁਰ, ਮਿੱਟੀ ਪੈਂਦੀ ਹੈ ਤੇ ਇਸ ਤਰ੍ਹਾਂ ਸ਼ਸਤਰਾਂ ਦੀ ਬੇਅਦਬੀ ਹੁੰਦੀ ਆ। ਫਿਰ ਸਤਿਗੁਰਾਂ ਨੇ ਕਿਹਾ ਵੀ ਇਹ ਜਿਹੜੇ ਸ਼ਸਤਰ ਆ ਨਾ, ਵੇਖ ਗੱਲ, ਅੱਜ ਤੱਕ ਅਸੀਂ ਜਿੰਨੀਆਂ ਜੰਗਾਂ ਲੜੀਆਂ ਵਾ, ਇਹ ਕਿਹਦੇ ਸਿਰ ਤੇ ਲੜੀਆਂ ਨੇ। ਉਸ ਵੇਲੇ ਫਿਰ ਉਹਦੇ ਕੋਲ ਜਵਾਬ ਨਹੀਂ ਸੋਚਦਾ। ਫਿਰ ਸਤਿਗੁਰੂ ਕਹਿੰਦੇ ਇਹ ਸ਼ਸਤਰ ਜੇ ਨਾ ਹੁੰਦੇ ਆਪਾਂ ਜੰਗਾਂ ਕਿਵੇਂ ਜਿੱਤਦੇ, ਸ਼ਸਤਰ ਨਾ ਹੁੰਦੇ ਤੇ ਤੂੰ ਪਿੰਡ ਦਾ ਚੌਧਰੀ ਕਿਵੇਂ ਬਣਦਾ। ਤੋ ਇਸ ਕਰਕੇ ਇਹ ਜਿਹੜੇ ਸ਼ਸਤਰ ਆ ਨਾ, ਸਤਿਗੁਰੂ ਨੇ ਬਚਨ ਕੀਤਾ ਕਿ ਯਹ ਹਮਾਰੇ ਪੀਰ। ਉਸ ਵੇਲੇ ਸਤਿਗੁਰੂ ਨੇ ਬਚਨ ਕੀਤਾ ਕਿ ਜਿਵੇਂ ਅਸੀਂ ਤੁਹਾਡੇ ਗੁਰੂ ਆ ਨਾ ਸਿੱਖਾਂ ਦੇ, ਇਸੇ ਤਰ੍ਹਾਂ ਇਹ ਜਿਹੜੇ ਸ਼ਸਤਰ ਨੇ ਸਾਡੇ ਗੁਰੂ ਨੇ। ਇੰਨੀ ਸਤਿਗੁਰਾਂ ਨੇ ਮਹਾਨਤਾ ਦਿੱਤੀ ਸ਼ਸਤਰਾਂ ਨੂੰ। ਤੇ ਆਪਾਂ ਸਾਧ ਸੰਗਤ ਜੀ ਅੱਜ ਕੱਲ੍ਹ ਸ਼ਸਤਰ ਧਾਰਨੀ ਨੀ, ਨਾ ਸ਼੍ਰੀ ਸਾਹਿਬ ਧਾਰਨੀ, ਜੇ ਧਾਰਨੀ ਤੇ ਛੋਟੀ ਜਿਹੀ ਸ਼੍ਰੀ ਸਾਹਿਬ ਪਾ ਕੇ ਸੂਈ ਕੁ ਜਿੰਨੀ ਦੇ ਵਿੱਚ ਕਿਸੇ ਨੂੰ ਚੁੱਭੇ ਤਾਂ ਵੀ ਨਾ ਪੀੜ ਹੋਵੇ। ਇਹ ਆਪਣੇ ਵਿੱਚ ਕਮੀਆਂ ਨੇ ਨਾ, ਆਪਾਂ ਆਪਣੇ ਆਪ ਨੂੰ ਬੜਾ ਨੀਵੇਂ ਸਤਰ ਤੇ ਲਿਜਾ ਰਹੇ ਹਾਂ। ਇਸ ਕਰਕੇ ਸਾਧ ਸੰਗਤ ਜੀ ਕਦੇ ਸ਼ਰਮ ਨਹੀਂ ਮਹਿਸੂਸ ਕਰਨੀ ਗੁਰੂ ਕੇ ਕਕਾਰ ਧਾਰਨੇ। ਇਹ ਗੁਰੂ ਦੀ ਬਖਸ਼ੀ ਹੋਈ ਸਿੱਖੀ ਆ, ਆਪਣੀ ਨਹੀਂ। ਆਪਣਾ ਫਰਜ਼ ਇੰਨਾ ਵੀ ਵੱਧ ਤੋਂ ਵੱਧ ਸਿੱਖੀ ਨੂੰ, ਇਸ ਫੁਲਵਾੜੀ ਨੂੰ ਵੱਧ ਤੋਂ ਵੱਧ ਇਹਨੂੰ ਜਲ ਸਿੰਚਣਾ, ਭਾਵ ਅੰਮ੍ਰਿਤ ਰੂਪੀ ਪਾਣੀ ਪੜ੍ਹ ਕੇ ਰਹਿਤ ਮਰਿਆਦਾ ਰੱਖ ਕੇ ਆਪ ਵੀ ਰੱਖਣੀ ਤੇ ਹੋਰਾਂ ਨੂੰ ਵੀ ਰਖਾਉਣੀ। ਇਸ ਤਰ੍ਹਾਂ ਇਹ ਗੁਰਸਿੱਖੀ ਦੀ ਫੁਲਵਾੜੀ ਨੂੰ ਆਪਾਂ ਹੋਰ ਖਿਡਾਉਣਾ ਵਾ, ਨਾ ਕਿ ਆਪਾਂ ਕਿਸੇ ਤੇ ਕਿੰਤੂ ਪ੍ਰੰਤੂ ਕਰਕੇ, ਕਿਸੇ ਦਾ ਦਿਲ ਤੋੜ ਕੇ ਜਾਂ ਵਿਤਕਰਾ ਕਰਕੇ ਤੇ ਉਹਨੂੰ ਵੀ ਸਿੱਖੀ ਨਾਲ ਦੂਰ ਕਰਨਾ। ਐਸਾ ਸਤਿਗੁਰਾਂ ਨੇ ਹੁਕਮ ਨਹੀਂ ਕੀਤਾ। ਤੋ ਇਸ ਤਰ੍ਹਾਂ ਸਾਧ ਸੰਗਤ ਜੀ, ਅੰਮ੍ਰਿਤ ਛਕਣਾ ਸਭ ਤੋਂ ਜ਼ਰੂਰੀ ਕਾਰਜ ਹੈ ਸਿੱਖ ਦੇ ਲਈ। ਮੁਕਤੀ ਤਾਂ ਹੀ ਮਿਲੇਗੀ ਜੇ ਅੰਮ੍ਰਿਤ ਛਕੇਗਾ। ਨਵੇਂ ਪਾਤਸ਼ਾਹ ਤੱਕ ਤੇ ਇਸ ਤਰ੍ਹਾਂ ਸੀ ਨਾ, ਜਿਹੜਾ ਕੋਈ ਸਿੱਖ ਆ ਕੇ ਉਪਦੇਸ਼ ਲੈ ਕੇ ਉਪਦੇਸ਼ ਕਮਾਉਂਦਾ ਸੀ, ਉਹਦੀ ਮੁਕਤੀ ਹੋ ਜਾਂਦੀ ਸੀ। ਪਰ 10ਵੇਂ ਪਾਤਸ਼ਾਹ ਨੇ ਬਚਨ ਕਰ ਦਿੱਤਾ ਕਿ ਜਿਹੜਾ ਕੋਈ ਮੇਰਾ ਸਿੱਖ ਸੱਚੇਗਾ, ਅੰਮ੍ਰਿਤ ਛਕੇਗਾ, ਤਾਂ ਹੀ ਉਹਦੀ ਮੁਕਤੀ ਹੈ। ਨਹੀਂ ਤੇ ਜਿੰਨੀ ਮਰਜ਼ੀ ਤਪੱਸਿਆ ਕਰੇ, ਜਿੰਨਾ ਮਰਜ਼ੀ ਨਾਮ ਜਪ ਲਵੇ, ਬਾਣੀ ਪੜ੍ਹ ਲਵੇ,
ਫਲ ਉਹਨੂੰ ਜ਼ਰੂਰ ਮਿਲੇਗਾ, ਧਨ ਪਦਾਰਥ ਮਿਲ ਜਾਏਗਾ, ਹੋਰ ਘਰ ਵਿੱਚ ਬਾਲ ਬੱਚੇ ਵਧੀਆ ਸੁਖੀ ਸੁੱਖ ਸਹੂਲਤਾਂ ਮਿਲ ਜਾਣਗੀਆਂ ਨਾਮ ਜਪਣ ਬਾਣੀ ਪੜ੍ਹਨ ਨਾਲ। ਪਰ ਮੁਕਤੀ ਜਿਹੜੀ ਉਹ ਕੇਵਲ ਅੰਮ੍ਰਿਤ ਛਕ ਕੇ ਹੀ ਮਿਲਦੀ ਆ। ਇਸ ਲਈ ਸਾਧ ਸੰਗਤ ਜੀ ਅੰਮ੍ਰਿਤ ਛਕਣਾ ਸਭ ਤੋਂ ਜ਼ਰੂਰੀ ਹੈ। ਜੇ ਅੰਮ੍ਰਿਤ ਨਾ ਛਕਿਆ, ਬਾਣੀ ਭਾਵੇਂ ਜਿੰਨੀ ਮਰਜ਼ੀ ਪੜ੍ਹੀ ਜਾਵੇ, ਸੁੱਖ ਸਹੂਲਤਾਂ ਸਾਰੀਆਂ ਮਿਲਣਗੀਆਂ, ਇੱਛਾ ਵੀ ਮਨ ਦੀਆਂ ਪੂਰੀਆਂ ਹੋ ਜਾਣਗੀਆਂ, ਪਰ ਮੁਕਤੀ ਨਹੀਂ ਮਿਲੇਗੀ, ਵਾਰ-ਵਾਰ ਜੂਨਾਂ ਵਿੱਚ ਆਉਣਾ ਪਵੇਗਾ। ਇਸ ਲਈ ਸਾਧ ਸੰਗਤ ਜੀ ਅੰਮ੍ਰਿਤ ਛਕਣਾ ਸਭ ਤੋਂ ਵੱਡਾ ਕਾਰਜ ਹੈ ਸਿੱਖ ਦੇ ਲਈ, ਸਭ ਤੋਂ ਵੱਡਾ ਤੇ ਮੁੱਢਲਾ ਕਾਰਜ। ਤੋ ਬਾਣੀਆਂ ਪੜ੍ਹਨੀਆਂ, ਤੇ ਆਪ ਜੀ ਨੂੰ ਦੱਸ ਹੀ ਦਿੱਤਾ 5 ਬਾਣੀਆਂ ਪੜ੍ਹਨੀਆਂ, ਤੇ ਮਰਿਆਦਾ ਰੱਖਣੀ ਹੈ, ਤੇ ਅੰਮ੍ਰਿਤ ਵੇਲਾ ਸੰਭਾਲਣਾ, ਇਹ ਸਿੱਖਾਂ ਨੂੰ ਸਤਿਗੁਰਾਂ ਨੇ ਹੁਕਮ ਕੀਤਾ ਸੀ। ਤੇ ਹੋਰ ਸਾਧ ਸੰਗਤ ਜੀ ਜੇ ਕਿਸੇ ਦੇ ਮਨ 'ਚ ਕੋਈ ਸਵਾਲ ਜਾਂ ਕੋਈ ਕੁਐਸਚਨ ਹੋਵੇ ਆਪ ਜੀ ਪੁੱਛ ਸਕਦੇ ਹੋ ਵਾਰੀ-ਵਾਰੀ ਦੇ ਨਾਲ। ਕਿਸੇ ਨੇ ਵੀ ਕੁਛ ਪੁੱਛਣਾ ਹੋਵੇ ਇਸ ਬਾਰੇ। ਹਾਂਜੀ ਸੰਗਤ ਜੀ, ਹੈਂਡ ਰੇਜ਼ ਕਰੋ ਜੀ। ਥੋੜਾ ਜਿਹਾ ਮੈਨੂੰ ਇਸ਼ਾਰਾ ਦਿਓ ਤੇ ਮੈਂ ਉਹਨਾਂ ਦਾ ਮਾਈਕ ਅਨਮਿਊਟ ਕਰਦਾ। ਕਿਸੇ ਨੇ ਭਾਈ ਸਾਹਿਬ ਤੋਂ ਕੋਈ ਜੋ ਵੀ ਭਾਈ ਸਾਹਿਬ ਨੇ ਗਿਆਨ ਦਿੱਤਾ ਹੈ ਉਹਦੇ ਬਾਰੇ ਕੋਈ ਸੰਸ਼ਾ ਹੈ, ਕੋਈ ਆਪਣੇ ਮਨ ਦਾ ਕਿਸੇ ਹੋਰ ਰਿਲੇਟਿਡ, ਕੁਝ ਵੀ ਜ਼ਰੂਰੀ ਨਹੀਂ ਹੈ ਕਿਸੇ ਅੰਮ੍ਰਿਤ ਸੰਚਾਰ ਦੀ ਗੱਲ ਕरें, ਉਹਦੇ ਇਲਾਵਾ ਵੀ ਕੋਈ ਮਨ 'ਚ ਕੋਈ ਗੱਲ ਹੋਏ ਤੇ ਪੁੱਛੋ ਜੀ ਪਲੀਜ਼। ਹਾਂਜੀ ਸੰਗਤ ਜੀ, ਠੀਕ ਹੈ ਜੀ। ਮੇਰਾ ਖਿਆਲ ਸ਼ਾਇਦ ਜੋ ਜੋ ਤੁਸੀਂ ਗੱਲਾਂ ਕਹੀਆਂ ਜੀ ਉਹਦੇ ਤੋਂ ਸਾਰੀ ਸੰਗਤ ਪੂਰੀ ਤਰ੍ਹਾਂ ਕਨਵਿੰਸਡ ਹੈ ਜੀ। ਮੈਂ ਇੱਕ ਆਪਣੇ ਮਨ ਦੀ ਗੱਲ ਪੁੱਛਣਾ, ਭਾਈ ਸਾਹਿਬ ਜੀ, ਮੈਂ ਪੁੱਛਣਾ ਚਾਹੁੰਦਾ ਸੀ ਕਿ ਬਾਣੀ ਦੇ ਵਿੱਚ ਤੇ ਨਹੀਂ, ਪਰ ਗੁਰਸਿੱਖੀ ਦੇ ਵਿੱਚ ਸਾਡੇ ਇਤਿਹਾਸ ਵਿੱਚ ਵਰਡ ਮਸੰਦ ਯੂਜ਼ ਕਰਦੇ ਆ ਜਿਹੜੇ, ਉਹ ਕੌਣ ਹੁੰਦੇ ਸੀ ਜੀ? ਉਹ ਕੋਈ ਸਾਧੂ ਹੁੰਦੇ ਸੀ? ਕੌਣ ਹੁੰਦੇ ਸੀ ਜੀ? ਉਹਨਾਂ ਨੂੰ ਕਿਉਂ ਮਸੰਦ ਕਿਹਾ ਜਾਂਦਾ ਸੀ? ਹਾਂਜੀ, ਇਹ ਮਸਨਦ ਸੰਸਕ੍ਰਿਤ ਤੋਂ ਬਣਿਆ ਸੀ ਸ਼ਬਦ, ਫ਼ਾਰਸੀ ਤੋਂ ਬਣਿਆ ਸੀ ਮਸਨਦ, ਠੀਕ ਹੈ ਜੀ। ਮਸਨਦ ਹੁੰਦਾ ਸੀ ਵੀ ਜਿਹੜੇ ਮਸੰਦ ਜਿਨ੍ਹਾਂ ਦਾ ਕੰਮ ਹੁੰਦਾ ਸੀ ਵੀ ਜੋ ਗੁਰੂ ਜੀ ਨੇ ਹੁਕਮ ਕੀਤਾ ਵੀ ਵੱਖੋ ਵੱਖਰੀ ਸੰਗਤ ਤੋਂ ਜਾ ਕੇ ਭੇਟਾਂ ਲੈਣੇ। ਪਹਿਲਾਂ ਤੇ ਹੁੰਦਾ ਸੀ ਨਾ ਕੋਈ ਜਿਵੇਂ ਹੁਣ ਆਪਾਂ ਗੁਰੂ ਘਰ ਵਿੱਚ ਜਾਂਦੇ ਆਪਾਂ ਸਿੱਧੇ ਜਾ ਕੇ ਗੋਲਕ ਵਿੱਚ ਪੈਸੇ ਪਾ ਲੈਂਦੇ ਆ, ਮੱਥਾ ਟੇਕ ਲੈਂਦੇ, ਹੈ ਨਾ ਜੀ। ਉਸ ਵੇਲੇ ਕਿਉਂਕਿ ਗੁਰਦੁਆਰੇ ਇੰਨੇ ਨਹੀਂ ਸੀ ਬਣੇ, ਤੇ ਗੁਰੂ ਕੇ ਸਿੱਖ ਫਿਰ ਗੁਰੂ ਕੋਲ ਵੀ ਆ ਨਹੀਂ ਸੀ ਸਕਦੇ। ਕਿਸੇ ਕਾਬਲ ਕੰਧਾਰ ਕੋਈ ਰਹਿੰਦਾ ਵਾ, ਕੋਈ ਵਿਦੇਸ਼ਾਂ ਵਿੱਚ ਰਹਿੰਦਾ ਵਾ, ਹਰ ਥਾਂ ਤੇ ਗੁਰਦੁਆਰੇ ਨਹੀਂ ਸੀ। ਤੇ ਉਸ ਵੇਲੇ ਸਤਿਗੁਰਾਂ ਨੇ ਇਹ ਹੁਕਮ ਕੀਤਾ ਸੀ, ਜਿਵੇਂ ਇੱਕ ਆਪਾਂ ਅੱਜ ਕੱਲ੍ਹ ਗੁਰਦੁਆਰੇ ਦੇ ਪ੍ਰਧਾਨ ਬਣਾ ਦਿੰਦੇ ਆ। ਉਸ ਵੇਲੇ ਵੀ ਸਤਿਗੁਰਾਂ ਨੇ ਹੁਕਮ ਕੀਤਾ ਸੀ ਕਿ ਇੱਕ-ਇੱਕ ਇਲਾਕੇ ਦੇ ਵਿੱਚ ਜਾਂ ਇੱਕ ਥੋੜੇ-ਥੋੜੇ ਪਿੰਡਾਂ ਦੇ ਉੱਪਰ ਇੱਕ-ਇੱਕ ਮਸੰਦ ਛੱਡਿਆ ਸੀ ਬਣਾ ਕੇ, ਆਪਣੀ ਮਤਲਬ ਇੱਕ ਥਾਪੀ ਆਪਣਾ ਵਿਸ਼ੇਸ਼ ਸਰੋਪਾ ਦੇ ਕੇ, ਉਹਨੂੰ ਪ੍ਰਧਾਨ ਬਣਾ ਕੇ ਵੀ ਤੂੰ ਇਸ ਇਲਾਕੇ ਵਿੱਚ ਪ੍ਰਚਾਰ ਕਰਨਾ ਵਾ। ਤੇ ਜਿਹੜਾ ਕੋਈ ਸਿੱਖ ਮੇਰੇ ਤੱਕ ਨਹੀਂ ਛੇਤੀ ਆ ਸਕਦਾ ਜਾਂ 6 ਮਹੀਨੇ ਸਾਲ ਬਾਅਦ ਆਉਣਾ ਵਾ, ਤੇ ਜਿੰਨੀ ਕੁ ਉਹਦੀ ਮਹੀਨੇ ਦੀ ਸ਼ਰਧਾ ਵਾ ਜਾਂ ਦਿਨ ਦੀ ਸ਼ਰਧਾ ਵਾ, ਆਪਣੀ ਭੇਟਾ ਜੋ ਜਾਂ ਰਾਸ਼ਨ ਪਾਣੀ ਦੀ ਭੇਟਾ ਜਾਂ ਧਨ ਪਦਾਰਥ ਦੀ ਭੇਟਾ ਉਹ ਤੇਰੇ ਕੋਲ ਜਮ੍ਹਾਂ ਕਰਾਵੇ। ਉਹ ਫਿਰ ਮਸੰਦ ਜਿਹੜਾ ਸੀ ਉਹ ਲੈ ਕੇ ਗੁਰੂ ਕੋਲ ਆਉਂਦਾ ਸੀ, ਉਹ ਭੇਟਾ ਜਿਹੜੀ ਵੀ ਸੰਗਤ ਦੀ ਹੁੰਦੀ ਸੀ। ਉਹ ਇਸ ਤਰ੍ਹਾਂ ਮਸੰਦਾਂ ਦਾ ਸਤਿਗੁਰਾਂ ਨੇ ਡਿਊਟੀ ਲਾਈ ਸੀ, ਇੱਕ ਇਹਨਾਂ ਨੂੰ ਆਗੂ ਥਾਪਿਆ ਸੀ ਵੱਖੋ ਵੱਖਰੇ ਇਲਾਕਿਆਂ ਦੇ ਪਿੰਡਾਂ ਦੇ, ਕਿ ਤੁਸੀਂ ਜਿਹੜੇ ਸਿੱਖ ਮੇਰੇ ਤੱਕ ਨਹੀਂ ਛੇਤੀ ਆ ਸਕਦੇ, ਉਹਨਾਂ ਤੋਂ ਕਾਰ ਭੇਟਾ ਲੈ ਕੇ ਜੋ ਵੀ ਸ਼ਰਧਾ ਭਾਵਨਾ ਨਾਲ ਦਿੰਦੇ ਆ ਉਹ ਲੈ ਕੇ ਸਾਡੇ ਕੋਲ ਆਓ। ਇਸ ਲਈ ਇਹ ਮਸੰਦ ਪ੍ਰਥਾ ਥਾਪੀ ਸੀ। ਫਿਰ ਮਸੰਦ ਜਿਹੜੇ ਸੀ ਜਦੋਂ ਸਾਧ ਸੰਗਤ ਜੀ 7ਵੇਂ 8ਵੇਂ ਪਾਤਸ਼ਾਹ ਦਾ 7ਵੇਂ ਪਾਤਸ਼ਾਹ ਦਾ ਸਮਾਂ ਆਇਆ ਨਾ ਗੁਰੂ ਹਰਿਰਾਏ ਸਾਹਿਬ ਜੀ ਦਾ 6ਵੇਂ ਪਾਤਸ਼ਾਹ, ਉਸ ਵੇਲੇ ਇਹ ਮਸੰਦ ਜਿਹੜੇ ਵਿਗੜਨ ਲੱਗ ਪਏ ਸੀ। ਭਾਵ ਗੁਰੂ ਘਰ ਦੇ ਜਿਹੜੇ ਭੇਟਾਂ ਲੈ ਕੇ ਨਾ ਇਹਨਾਂ 'ਚ ਵੀ ਹੰਕਾਰ ਬੜਾ ਭਰ ਗਿਆ ਸੀ ਕਿ ਸਤਿਗੁਰਾਂ ਨੇ ਸਾਨੂੰ ਹੀ ਥਾਪੜਾ ਦਿੱਤਾ ਵਾ, ਤੇ ਅਸੀਂ ਗੁਰੂ ਘਰ ਦੀ ਭੇਟਾਂ ਲੈ ਕੇ ਸਾਨੂੰ ਕੌਣ ਵਹਿੰਦਾ ਵਾ। ਤੇ ਜਿਵੇਂ ਅੱਜ ਕੱਲ੍ਹ ਪ੍ਰਧਾਨ ਵੀ ਗੁਰਦੁਆਰਿਆਂ ਦੇ ਬਣੇ ਹੁੰਦੇ ਆ, ਤੇ ਉਹ ਵੀ ਜਿਹੜੇ ਬਹੁਤੇ ਜ਼ਿਆਦਾ ਤੇ ਅੱਜ ਕੱਲ੍ਹ ਲਾਲਚੀ ਆ। ਹੁਣ ਕਈ ਵੇਖਿਓ ਵੀ ਮੋਨੇ ਕੋਨੇ ਹੁੰਦੇ ਆ ਤੇ ਕਹਿੰਦੇ ਮੈਂ ਪ੍ਰਧਾਨ ਬਣ ਜਾ, ਮੈਂ ਪ੍ਰਧਾਨ ਬਣ ਜਾ, ਵੀ ਸਿਰਫ ਇੱਕ ਚੌਧਰ ਵਾਸਤੇ ਤੇ ਇੱਕ ਜੋ ਗੁਰੂ ਘਰ ਦਾ ਪੈਸਾ ਲੈ ਕੇ ਆਪਣੇ ਕੰਮਾਂ ਵਾਸਤੇ ਵਰਤਣ ਲਈ। ਇਹੀ ਕੰਮ ਉਦੋਂ ਚੱਲ ਪਿਆ ਸੀ ਵੀ ਜਿਹੜੇ ਮਸੰਦ ਥਾਪੇ ਤੇ ਇੱਕ ਬੜੀ ਵਧੀਆ ਮਸੰਦ, ਕੋਈ ਮਾੜਾ ਸ਼ਬਦ ਨਹੀਂ, ਮਸੰਦ ਸੀ ਵੀ ਗੁਰੂ ਕੇ ਸਿੱਖ ਜਿਹੜੇ ਵਿਸ਼ੇਸ਼ ਜਿਨ੍ਹਾਂ ਉੱਪਰ ਕਿਰਪਾ ਕੀਤੀ ਹੈ ਕਿ ਤੁਸੀਂ ਭਾਵੇਂ ਮੇਰੀ ਗੈਰ ਹਾਜ਼ਰੀ 'ਚ ਤੁਹਾਡੀ ਜ਼ਿੰਮੇਵਾਰੀ ਹੈ ਸਿੱਖੀ ਦਾ ਪ੍ਰਚਾਰ ਕਰਨਾ, ਗੁਰਸਿੱਖਾਂ ਦੀ ਭੇਟਾ ਲੈ ਕੇ ਸਾਡੇ ਕੋਲ ਆਉਣੀ। ਇੰਨਾ ਸਤਿਗੁਰਾਂ ਨੇ ਆਪਣਾ ਵਿਸ਼ੇਸ਼ ਥਾਪੜਾ ਦਿੱਤਾ ਸੀ। ਪਰ ਉਹ ਜਿਹੜੇ ਮਸੰਦ ਸੀ ਨਾ, ਉਹ 6ਵੇਂ ਪਾਤਸ਼ਾਹ ਦੇ ਸਮੇਂ ਆਉਂਦੇ ਤੱਕ ਇੰਨੇ ਵਿਗੜ ਗਏ ਸੀ ਕਿ ਇੱਕ ਤੇ ਨਸ਼ੇ ਕਰਨ ਲੱਗ ਪਏ ਸੀ, ਸਿੱਖੀ ਤੋਂ ਦੂਰ ਹੋ ਗਏ ਸੀ, ਤੇ ਫਿਰ ਉਹਨਾਂ ਮਨ ਵਿੱਚ ਡਰ ਖਤਮ ਹੋ ਗਿਆ ਸੀ ਕਿ ਸਾਨੂੰ ਕੌਣ ਵਹਿੰਦਾ ਵਾ। ਤੇ ਜਿਹੜੇ ਸਿੱਖਾਂ ਘਰ ਜਾਣਾ ਧੱਕੇ ਨਾਲ, ਕਿਸੇ ਘਰ ਜਾ ਕੇ ਵੀ ਮੇਰੇ ਲਈ ਮੀਟ ਬਣਾਓ, ਮੇਰੇ ਲਈ ਮਦਰਾ ਲਿਆਓ, ਸ਼ਰਾਬ ਲਿਆਓ, ਜਾਂ ਹੋਰ ਮਾੜੇ ਕੰਮ ਕਰਨੇ, ਕਿਸੇ ਦੇ ਘਰ ਵਿੱਚ ਜਾ ਕੇ ਮਾੜੀ ਨਿਗਾਹ ਨਾਲ ਵੇਖਣਾ।
ਤੇ ਉਹਨਾਂ ਦਾ ਪੈਸਾ ਲੈ ਕੇ ਫਿਰ ਆਪ ਹੀ ਉਡਾ ਦੇਣਾ, ਸਤਿਗੁਰਾਂ ਦੇ ਪਾਸ ਨਹੀਂ ਲਿਆਉਣਾ। ਇਸ ਤਰ੍ਹਾਂ ਸਤਿਗੁਰਾਂ ਦੇ ਪਾਸ ਫਿਰ ਸ਼ਿਕਾਇਤਾਂ ਆਉਣ ਲੱਗ ਪਈਆਂ ਸੀ। ਤੇ ਜਿਵੇਂ 7ਵੇਂ ਪਾਤਸ਼ਾਹ ਦੇ ਸਪੁੱਤਰ ਰਾਮ ਰਾਏ ਨੂੰ, ਉਹਨੂੰ ਵੀ ਫਿਰ ਜਦੋਂ ਆਪਣੇ ਦਸਮ ਦੁਆਰ 'ਚ ਸਵਾਸ ਕੱਢ ਕੇ ਕਿਸੇ ਸਿੱਖ ਦਾ ਭਲਾ ਕਰਨ ਗਿਆ ਸੀ, ਤੇ ਸਾਧ ਸੰਗਤ ਜੀ ਉਹਦਾ ਸਰੀਰ ਉਹ ਕਹਿ ਕੇ ਵੀ ਗਿਆ ਸੀ ਆਪਣੀ ਸਿੰਘਣੀ ਨੂੰ ਵੀ ਮੇਰੇ ਸਰੀਰ ਦੇ ਲਾਗੇ ਨਹੀਂ ਕਿਸੇ ਨੂੰ ਆਉਣ ਦੇਣਾ। ਪਰ ਮਸੰਦ ਜਿਹੜੇ ਵਿਗੜ ਗਏ ਸੀ ਕਹਿੰਦੇ ਵੀ ਸਾਡੇ ਕੋਲ ਸਾਰਾ ਰਾਜ ਆ ਜਾਊਗਾ ਤੇ ਅਸੀਂ ਇਹਨੂੰ, ਕਹਿੰਦੇ ਵੀ ਇਹ ਮਰ ਗਿਆ ਵਾ, ਇਹਦਾ ਸੰਸਕਾਰ ਕਰ ਦਈਏ। ਵਿਚਾਰਾ ਹਾਲੇ ਜਿਉਂਦਾ ਸੀ ਰਾਮ ਰਾਏ, ਤੇ ਉਹਦਾ ਸਰੀਰ ਨੂੰ ਲਿਜਾ ਕੇ ਸਾੜ ਦਿੱਤਾ। ਉਹ ਜਦੋਂ ਸੁਰਤੀ ਉਹਦੀ ਵਾਪਸ ਆਈ, ਪ੍ਰਾਣ ਉਹਨੇ ਕੱਢੇ ਸੀ ਤੇ ਉਹਨੇ ਵੇਖਿਆ ਮੇਰਾ ਸਰੀਰ ਸਾੜਤਾ, ਆ ਤੇ ਗਿਆ। ਉਸ ਵੇਲੇ ਉਹਨੇ ਸ਼ਰਾਪ ਵੀ ਦਿੱਤਾ ਕਿ ਤੁਹਾਨੂੰ 10ਵੇਂ ਪਾਤਸ਼ਾਹ ਤੁਹਾਡੇ ਤੋਂ ਬਦਲਾ ਲੈਣਗੇ। ਫਿਰ ਜਦੋਂ ਰਾਣੀ ਸੀ, ਉਹਦੀ ਸਿੰਘਣੀ ਸੀ, ਉਹਨੇ ਜਾ ਕੇ 10ਵੇਂ ਪਾਤਸ਼ਾਹ ਨੂੰ ਕਿਹਾ ਵੀ ਇਸ ਤਰ੍ਹਾਂ ਇਹਨਾਂ ਨੇ ਸਾੜਿਆ ਵਾ ਜਿਉਂਦੇ ਨੂੰ ਹੀ, ਤੇ ਤੁਸੀਂ ਬਦਲਾ ਲਓ। ਤੇ ਸਤਿਗੁਰਾਂ ਦੇ ਪਾਸ ਜਦੋਂ ਇੱਕ ਵਾਰੀ ਭੰਡ ਆਏ ਤੇ ਕਹਿੰਦੇ ਸਤਿਗੁਰੂ ਜੀ ਅਸੀਂ ਅੱਜ ਤੁਹਾਨੂੰ ਮਸੰਦਾਂ ਦਾ ਸਵਾਂਗ ਕਰਕੇ ਵਿਖਾਉਂਦੇ ਹਾਂ। ਭਾਵ ਜਿਵੇਂ ਮਸੰਦਾਂ ਦੀ ਨਕਲ ਕਰਕੇ ਵਿਖਾਉਂਦੇ, ਜਿਹੜੇ ਭਾਂਡੇ ਅੱਜ ਕੱਲ੍ਹ ਵੀ ਆਉਂਦੇ ਘਰਾਂ ਵਿੱਚ, ਹਨਾ, ਨਕਲ ਬੜੀ ਕਰਦੇ ਆ। ਤੇ ਉਹ ਜਦੋਂ ਸਤਿਗੁਰੂ ਜੀ ਬੜੇ ਖੁਸ਼ ਹੋਏ, ਕਹਿੰਦੇ ਵੀ ਚਲੋ ਵਿਖਾਓ। ਤੇ ਸਟੇਜ ਸਜਾਈ ਤੇ ਉਹਦੇ ਉੱਪਰ ਉਹਨਾਂ ਨੇ ਇੱਕ ਮਸੰਦ ਬਣਿਆ, ਉਹਨੇ ਢਿੱਡ ਦੇ ਉੱਪਰ ਵੱਡਾ ਸਾਰਾ ਕੱਪੜਾ ਪਾ ਕੇ, ਭਾਵ ਜਿਵੇਂ ਮੋਟੇ ਹੋ ਗਏ ਸੀ ਮਸੰਦ ਖਾ ਪੀ ਕੇ ਗੁਰੂ ਘਰ ਦਾ ਰਾਸ਼ਨ, ਤੇ ਏਦਾਂ ਸਾਧ ਸੰਗਤ ਜੀ ਸਾਂਗ ਕਰਕੇ ਵਿਖਾਉਣ ਲੱਗੇ। ਤੇ ਇੱਕ ਜਣਾ ਗੁਰੂ ਕਾ ਸਿੱਖ ਸੱਜ ਗਿਆ, ਇੱਕ ਗੁਰੂ ਕੀ ਸਿੰਘਣੀ ਸੱਜ ਗਈ। ਜਿਵੇਂ ਉਦੋਂ ਸੰਗਤ ਸੀ, ਸਿੰਘ ਸਿੰਘਣੀ ਪੈ ਗਏ ਤੇ ਮਸੰਦ ਆਇਆ, ਉਹਨੇ ਆ ਕੇ ਘਰ 'ਚ ਲੱਤ ਮਾਰੀ, ਕਹਿੰਦਾ ਵੀ ਮੇਰੇ ਲਈ ਇੱਕ ਮੀਟ ਬਣਾਓ ਤੇ ਮੇਰੇ ਲਈ ਸ਼ਰਾਬ ਵੀ ਲਿਆਓ ਤੇ ਮੇਰੇ ਲਈ ਇੱਕ ਈਸ਼ਵਾ ਵੀ ਲਿਆਓ। ਇੱਥੋਂ ਤੱਕ ਗਿਰ ਗਏ ਸੀ। ਤੇ ਉਹ ਜਦੋਂ ਸਤਿਗੁਰਾਂ ਨੇ ਵੇਖਿਆ ਵੀ ਸੱਚੀ ਮੁੱਚੀ, ਫਿਰ ਸੰਗਤਾਂ ਤੋਂ ਪੁੱਛਿਆ ਵੀ ਸਾਧ ਸੰਗਤ ਜੀ ਸੱਚੀ ਮੁੱਚੀ ਇਹਨਾਂ ਨੇ ਸਵਾਂਗ? ਸਭ ਸੰਗਤਾਂ ਕਹਿੰਦੀਆਂ ਹਾਂਜੀ ਸਤਿਗੁਰੂ ਜੀ, ਅੱਜ ਕੱਲ੍ਹ ਤੇ ਬਿਲਕੁਲ ਇਸੇ ਤਰ੍ਹਾਂ ਹੀ ਹੁੰਦਾ, ਮਸੰਦ ਇੰਨੇ ਵਿਗੜ ਗਏ ਆ। ਉਸ ਵੇਲੇ 10ਵੇਂ ਪਾਤਸ਼ਾਹ ਨੇ ਫਿਰ ਇੱਕ ਤੇ ਗੁਰੂ ਹਰਿਰਾਏ ਸਾਹਿਬ ਜੀ ਦੇ ਸਪੁੱਤਰ ਦਾ ਬਦਲਾ ਲੈਣ ਦੇ ਲਈ ਤੇ ਇਹ ਜਿਹੜੀ ਮਸੰਦਾਂ ਦੀ ਪ੍ਰਥਾ ਉਸ ਵੇਲੇ ਖਤਮ ਕੀਤੀ। ਫਿਰ ਸਤਿਗੁਰਾਂ ਨੇ ਅਨੰਦਪੁਰ ਸਾਹਿਬ ਸਿੱਖਾਂ ਨੂੰ ਬੁਲਾਇਆ। ਸਾਧ ਸੰਗਤ ਜੀ ਫਿਰ ਤੇਲ 'ਚ ਪਾ ਕੇ ਸਾੜੇ ਸੀ ਇਹ ਜਿਹੜੇ ਇਹੋ ਜਿਹੇ ਪਾਪੀ ਮਸੰਦ ਸੀ। ਤੇਲ ਦੇ ਵਿੱਚ ਪਾ ਕੇ ਅੱਜ ਵੀ ਖੂਹ ਹੈਗਾ ਵਾ ਅਨੰਦਪੁਰ ਸਾਹਿਬ, ਜਿੱਥੇ ਗੁਰਦੁਆਰਾ ਸ਼ੀਸ਼ ਗੰਜ ਸਾਹਿਬ ਹੈ ਨਾ ਅਨੰਦਪੁਰ ਸਾਹਿਬ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦ ਦਾ ਸੰਸਕਾਰ ਹੋਇਆ ਸੀ। ਉੱਥੇ ਉਹ ਹਾਲੇ ਵੀ ਖੂਹ ਹੈਗਾ ਵਾ। ਉਹ ਖੂਹ ਦੇ ਵਿੱਚ ਤੇਲ ਸੀ ਤੇ ਤੇਲ ਸਤਿਗੁਰਾਂ ਦੇ ਵਰ ਨਾਲ ਆਪੇ ਹੀ ਉਬਲਣ ਲੱਗ ਪਿਆ ਸੀ। ਉਸ ਖੂਹ ਦੇ ਵਿੱਚ ਪਾ ਕੇ ਵੀ ਸਾੜੇ ਸੀ। ਤੋ ਐਸੀ ਭਿਆਨਕ ਸਜ਼ਾ, ਜਿਹੋ ਜਿਹੇ ਪਾਪ ਕਰਦੇ ਉਹਨਾਂ ਨੂੰ ਸਜ਼ਾ ਮਿਲੀ ਸੀ। ਤੋ ਉਸ ਵੇਲੇ ਫਿਰ ਸਤਿਗੁਰਾਂ ਨੇ ਹੁਕਮ ਕੀਤਾ ਕਿ ਅੱਜ ਤੋਂ ਮਸੰਦ ਪ੍ਰਥਾ ਅਸੀਂ ਖਤਮ ਕੀਤੀ ਗੁਰੂ ਘਰਾਂ ਵਿੱਚ। ਜਿਹੜਾ ਵੀ ਸਿੱਖ ਆਉਣਾ ਵਾ ਸਿੱਧਾ ਆ ਕੇ ਗੁਰੂ ਘਰ ਵਿੱਚ ਆਪਣੀ ਭੇਟਾ ਅਰਪਣ ਕਰੇ ਸ਼ਰਧਾ ਭਾਵਨਾ ਨਾਲ, ਤੇ ਆ ਕੇ ਗੁਰੂ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਤੋਂ ਉਪਦੇਸ਼ ਲਵੇ, ਹਨਾ, ਗੁਰੂ ਘਰ ਦੇ ਗ੍ਰੰਥੀ ਸਿੰਘਾਂ ਤੋਂ ਜਾਂ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਤਿਆਰ ਬਰ ਤਿਆਰ ਹੋਵੇ। ਉਸ ਵੇਲੇ ਮਸੰਦ ਪ੍ਰਥਾ ਖਤਮ ਕਰ ਦਿੱਤੀ ਸੀ। ਉਦੋਂ ਪਹਿਲਾਂ ਮਸੰਦ ਚੱਲਦੇ ਸੀ, ਪਰ ਮਸੰਦ ਮਾੜਾ ਨਹੀਂ, ਸਾਰੇ ਨਹੀਂ ਸੀ ਮਾੜੇ ਮਸੰਦ। ਕੋਈ ਜਿਹੜੇ ਵਿੱਚੋਂ ਵਿਗੜ ਗਏ ਸੀ ਉਹਨਾਂ ਨੂੰ ਹੀ ਸਾੜਿਆ, ਉਹਨਾਂ ਨੂੰ ਸਜ਼ਾ ਦਿੱਤੀ। ਪਰ ਮਸੰਦ ਪ੍ਰਥਾ ਉਦੋਂ ਖਤਮ ਕਰ ਦਿੱਤੀ ਵੀ ਅੱਜ ਤੋਂ ਅਸੀਂ ਤੁਹਾਨੂੰ ਗੁਰੂ ਕੇ ਲੜ ਲਾ ਕੇ ਖਾਲਸੇ ਨੂੰ ਤੁਹਾਡਾ ਗੁਰੂ ਬਣਾ ਦਿੱਤਾ ਵਾ, ਸਰੀਰ ਪੰਥ ਦਾ ਤੇ ਪਰਚਾ ਸ਼ਬਦ ਕਾ ਕਰ ਦਿੱਤਾ। ਇਸ ਤਰ੍ਹਾਂ ਸਾਧ ਸੰਗਤ ਜੀ ਫਿਰ ਖਾਲਸੇ ਨੂੰ ਸਰਦਾਰੀ ਦੇ ਦਿੱਤੀ ਸੀ, ਸਾਰੀ ਮਸੰਦਾਂ ਵਿੱਚੋਂ ਕੱਟ ਦਿੱਤਾ ਸੀ। ਭਾਵ ਮਸੰਦ ਭਾਵੇਂ ਵਿਚੋਲਾ ਵੀ ਲਾ ਸਕਦੇ ਹੋ ਤੁਸੀਂ, ਵਿਚੋਲੇ ਹੁੰਦੇ ਸੀ ਸਿੱਖਾਂ ਦੇ ਵਿੱਚ ਤੇ ਗੁਰੂ ਤੋਂ ਲੈ ਕੇ ਸਿੱਖਾਂ ਤੱਕ ਆਉਣ ਤੱਕ। ਠੀਕ ਹੈ ਜੀ। ਮੇਰਾ ਖਿਆਲ ਵੀਰ ਚਿਤਰੰਜਨ ਪਾਲ ਜੀ ਕੁਝ ਗੱਲ ਕਰਨਾ ਚਾਹ ਰਹੇ ਨੇ ਜੀ। ਮੈਂ ਅਨਮਿਊਟ ਕਰ ਰਿਹਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਜਿਵੇਂ ਅਸੀਂ ਕਹਿੰਦੇ ਆ ਵੀ ਤੁਸੀਂ ਕਹਿ ਰਹੇ ਵੀ ਜਿਹੜਾ ਸਾਨੂੰ ਸ੍ਰੀ ਸਾਹਿਬ ਵੱਡਾ ਰੱਖਣਾ ਚਾਹੀਦਾ। ਤੁਸੀਂ ਇੱਕ ਗੱਲ ਹਾਂਜੀ, ਧਿਆਨ ਕਰੋ, ਜਿਹੜੇ ਬੰਦਿਆਂ ਨੇ ਬਾਹਰ ਜਾਣਾ ਹੁੰਦਾ, ਵੀਰ ਜੀ ਮੈਂ ਇੱਥੋਂ ਦਿੱਲੀ ਤੋਂ ਚਲਾ ਗਿਆ ਸੀ, ਇੱਥੇ ਉਹਨਾਂ ਨੇ ਕੁਝ ਨਹੀਂ ਕਿਹਾ ਸੀ। ਹਾਂਜੀ, ਲੰਡਨ ਜਦੋਂ ਮੈਂ ਵਾਪਸ ਦੁਬਾਰਾ ਚੜਨ ਲੱਗਾ, ਉਹਨਾਂ ਨੇ ਮੇਰੇ ਸ੍ਰੀ ਸਾਹਿਬ ਉਤਰਵਾ ਲਿਆ। ਉਹ ਕਹਿੰਦੇ ਜਾਂ ਤੇ ਇੱਥੇ ਉਤਰ ਜਾਓ, ਨਹੀਂ ਤੇ ਸ੍ਰੀ ਸਾਹਿਬ ਉਤਾਰੋ। ਤੁਸੀਂ ਕਹਿੰਦੇ ਹੋ ਸ੍ਰੀ ਸਾਹਿਬ ਜੀ ਅਗਰ ਵੱਡੀ ਸ੍ਰੀ ਸਾਹਿਬ ਰੱਖਦੇ ਆ, ਉਹ ਤਾਂ ਪਾ ਕੇ ਜਾਣ ਹੀ ਨਹੀਂ ਦਿੰਦੇ ਅੰਦਰ ਫਲਾਈਟ ਵਿੱਚ। ਹਾਂਜੀ, ਔਰ ਨਹੀਂ ਸ੍ਰੀ ਸਾਹਿਬ ਇੱਕ ਸਿਰਫ ਫਲਾਈਟ ਦੀ ਗੱਲ ਨਹੀਂ ਹੈ ਵੀਰ ਜੀ, ਅਸੀਂ ਹਾਂਜੀ, ਜਦੋਂ ਸਾਊਥ ਇੰਡੀਆ ਜਾਂਦੇ ਆ, ਸਾਊਥ ਇੰਡੀਆ ਸਾਨੂੰ ਟਾਰਗੇਟ ਕੀਤਾ ਜਾਂਦਾ ਹੈ ਸ੍ਰੀ ਸਾਹਿਬ ਕਰਕੇ। ਇਹਦਾ ਸਾਡੇ ਕੋਲ ਕੀ ਇਲਾਜ ਹੈ? ਅਸੀਂ ਸੈਂਟਰ ਦੇ ਨੇੜੇ ਤਾਂ ਜਿੱਦਾਂ ਦਿੱਲੀ, ਪੰਜਾਬ, ਹਰਿਆਣਾ, ਈਵਨ ਯੂਪੀ 'ਚ ਵੀ ਥੋੜੀ ਪ੍ਰੋਬਲਮ ਹੈ। ਪਰ ਜਿਹੜਾ ਕੋ ਸਾਨੂੰ ਜਿਹੜਾ ਅੱਗੇ ਇਲਾਕੇ ਜਿਹੜੇ ਸਾਊਥ ਦੇ ਹੈਗੇ ਨੇ, ਤਮਿਲਨਾਡੂ, ਕੇਰਲਾ, ਕਰਨਾਟਕਾ, ਇੱਥੇ ਜਾ ਕੇ ਬੜੀ ਦਿੱਕਤ ਆਉਂਦੀ ਹੈ। ਸ੍ਰੀ ਸਾਹਿਬ ਅਗਰ ਪਾਈ ਹੋਈ ਤਾਂ ਬਹੁਤ ਦਿੱਕਤ ਆਉਂਦੀ ਹੈ। ਲੋਕੀ ਤੁਹਾਡੇ ਮਗਰ ਮਗਰ ਟੁਰ ਪੈਂਦੇ ਨੇ, ਪੁੱਛਦੇ ਨੇ ਕਿ ਇਹ ਡੈਗਰ ਹੈ, ਡੈਗਰ ਕੀ ਹੈਗਾ। ਸੋ ਉੱਥੋਂ ਦੇ ਲੋਕਾਂ ਨੇ ਨੌਲੇਜ ਤਾਂ ਹੈ ਨਹੀਂ, ਪਰ ਜਿਹੜੀ ਸਾਡੀ ਫਲਾਈਟਸ ਦੇ ਵਿੱਚ ਤਾਂ ਹਮੇਸ਼ਾ ਉਤਰਵਾ ਲੈਂਦੇ ਨੇ। ਮੇਰੀ ਬੈਲਟ ਹਾਂਜੀ, 'ਚ ਲੱਗੀ ਹੁੰਦੀ ਸੀ, ਮੈਂ ਲੈਗ ਪਾ ਕੇ ਇਹਨਾਂ ਨੇ ਚੈਕਿੰਗ 'ਚ ਨਹੀਂ ਆਈ, ਨਿਕਲ ਗਿਆ। ਪਰ ਜਦੋਂ ਅਸੀਂ ਲੰਡਨ ਤੋਂ ਦੁਬਾਰਾ ਚੜਨ ਲੱਗੇ, ਉਹਨਾਂ ਫਲਾਈਟ 'ਚੋਂ ਬਾਹਰ ਕੱਢ ਕੇ ਉਤਰਵਾਈ। ਇਹਦਾ ਕੀ ਸਾਡੇ ਕੋਲ ਹੱਲ ਹੈਗਾ? ਤੁਸੀਂ ਕਹਿੰਦੇ ਹੋ ਸ੍ਰੀ ਸਾਹਿਬ, ਮੈਂ ਤਾਂ ਕਹਿੰਦਾ ਸ੍ਰੀ ਸਾਹਿਬ ਜਿੰਨੀ ਛੋਟੀ ਹੋਏ, ਕਿਉਂਕਿ ਅਸੀਂ ਲੋਕ ਸ੍ਰੀ ਸਾਹਿਬ ਨੂੰ ਯੂਜ਼ ਤਾਂ ਕਰਨਾ ਨਹੀਂ ਹੁੰਦਾ ਜੀ ਕਿਸੇ ਨੇ ਵੀ। ਮੈਂ ਤਾਂ ਜਿੰਨੇ ਤੋਂ ਦਿੱਲੀ ਦੇ ਜੋ ਮੈਂ ਪ੍ਰੋਪਰ ਦਿੱਲੀ ਦਾ ਵਾਂ, ਮੈਂ ਤੁਹਾਨੂੰ ਦਿੱਲੀ ਦੀ ਗੱਲ ਕਰਦੇ ਆ।
ਮੇਰੇ ਖਿਆਲ ਤੱਕ ਕਿਸੇ ਨੇ ਕਿਰਪਾਨ ਵਿੱਚੋਂ ਕੱਢੀ ਵੀ ਨਹੀਂ ਹੋਣੀ, ਕਈਆਂ ਦੇ ਜੰਗ ਵੀ ਲੱਗ ਗਏ ਹੋਣੇ ਨੇ, ਔਰ ਕਦੀ ਕੱਢਣ ਲੱਗੋ ਤਾਂ ਨਿਕਲਦੀ ਵੀ ਨਹੀਂ ਜੇ ਲੋੜ ਪੈ ਜਾਏ। ਤੁਸੀਂ ਇਵਨ ਗੁਰਦੁਆਰਿਆਂ 'ਚ ਵੀ ਦੇਖੋ ਜਿਹੜੀਆਂ ਵੱਡੀਆਂ ਸ੍ਰੀ ਸਾਹਿਬ ਪਈਆਂ ਨਾ, ਜਦੋਂ ਲੋੜ ਪਵੇ ਤੇ ਵਿੱਚੋਂ ਨਿਕਲਦੀਆਂ ਨੇ, ਉਹਨਾਂ ਨੂੰ ਜੰਗ ਹੀ ਲੱਗਾ ਹੁੰਦਾ ਹੈ। ਪਰ ਇਹਦੀ ਕੋਈ ਇਹ ਜਿਵੇਂ ਬੰਦੇ ਕੋਲ ਰਿਵਾਲਵਰ ਹੁੰਦੀ, ਉਹ ਤਾਂ ਗੋਲੀ ਚਲਾ ਲੈਂਦਾ, ਉਹਦਾ ਸੇਫਟੀ ਹੈ। ਇਹਦੇ ਨਾਲ ਤਾਂ ਸਾਨੂੰ ਸੇਫਟੀ ਤਾਂ ਨਹੀਂ ਮਿਲਦੀ ਨਾ, ਇਹ ਪੁੱਛ ਰਿਹਾ। ਹਾਂਜੀ ਮੈਂ ਦੱਸਦਾ ਜੀ। ਦੇਖੋ ਆਪ ਜੀ ਨੇ ਕਿਹਾ ਵੀ ਸ਼੍ਰੀ ਸਾਹਿਬ, ਹਾਂ ਜਿਹਨੇ ਵਿਦੇਸ਼ ਜਾਣਾ ਵਾ ਹਨਾ, ਦੇਸ਼ ਜਾਣਾ ਜਦੋਂ ਸਿਰਫ ਉਹ ਏਦਾਂ ਕਹਿੰਦੇ ਵੀ ਫਲਾਈਟ ਦੇ ਵਿੱਚ ਚੜ੍ਹਨ ਲੱਗਿਆ, ਉਹਨਾਂ ਦੇ ਫਿਰ ਆਪਣੀ ਵੀ ਸੇਫਟੀ ਰੂਲ ਰੈਗੂਲੇਸ਼ਨ ਹੁੰਦੇ ਆ ਹਰ ਹਨਾ ਥਾਂ ਦੇ। ਫਲਾਈਟ ਦੇ ਵਿੱਚ ਚੜ੍ਹਨ ਤੋਂ ਪਹਿਲਾਂ ਸ਼੍ਰੀ ਸਾਹਿਬ ਏਅਰਪੋਰਟ ਤੇ ਲਵਾ ਲੈਂਦੇ ਆ, ਹਨਾ ਜੀ। ਅਸੀਂ ਵੀ ਗਏ ਸੀ, ਮੈਨੂੰ ਵੀ ਦਾਸ ਨੂੰ ਵੀ ਅੰਮ੍ਰਿਤਸਰ ਚਾਰ ਕਰਨ ਦੇ ਲਈ ਦੁਬਈ ਜਾਣ ਦਾ ਮੌਕਾ ਮਿਲਿਆ ਸੀ ਪੰਜਾਬ ਪਿਆਰਿਆਂ ਦੇ ਨਾਲ। ਪਰ ਸਾਡੀ ਇਹ ਮਰਿਆਦਾ ਸੀ ਵੀ ਅਸੀਂ ਜਿਵੇਂ ਜਿੰਨੇ ਘੰਟਿਆਂ ਦੀ ਫਲਾਈਟ ਸੀ, ਏਅਰਪੋਰਟ ਤੋਂ ਜਦੋਂ ਤੋਂ ਅਸੀਂ ਸ਼੍ਰੀ ਸਾਹਿਬ ਆਪਣੇ ਸਰੀਰ ਤੋਂ ਲਾਹ ਕੇ ਆਪਣੇ ਬੈਗਾਂ 'ਚ ਪਾਈ ਸੀ, ਉਦੋਂ ਤੋਂ ਲੈ ਕੇ ਜਦੋਂ ਤੱਕ ਏਅਰਪੋਰਟ ਤੇ ਉਤਰ ਕੇ ਅਸੀਂ ਚੰਗੀ ਤਰ੍ਹਾਂ ਮੂੰਹ ਹੱਥ ਧੋ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਸ਼੍ਰੀ ਸਾਹਿਬ ਪਾ ਨਹੀਂ ਲਈ, ਉਦੋਂ ਤੱਕ ਅਸੀਂ ਮੂੰਹ ਨੂੰ ਨਾ ਪਾਣੀ ਲਾਇਆ ਸੀ, ਨਾ ਅਸੀਂ ਕੁਛ ਖਾਧਾ ਪੀਤਾ ਸੀ। ਇਹ ਮਰਿਆਦਾ ਰੱਖੀ ਜਾਂਦੀ। ਵੈਸੇ ਹਰ ਕੋਈ ਨਹੀਂ ਰੱਖਦਾ, ਇਹ ਮੈਂ ਆਪਣੀ ਗੱਲ ਦੱਸਦਾ ਕਿਉਂਕਿ ਅਸੀਂ ਪੰਜਾਬ ਪਿਆਰਿਆਂ ਦੀ ਸੇਵਾ 'ਚ ਲੱਗਣਾ। ਵੀ ਸਾਨੂੰ ਉਹਨਾਂ ਨੇ ਵਾਪਿਸ ਹੀ ਨਹੀਂ ਕੀਤੀ ਨਾ। ਹਾਂ, ਉਹ ਤੁਸੀਂ ਅੰਦਰ ਪਾ ਕੇ ਚੱਲ ਗਏ ਹੋਣੇ ਨਾ, ਸਾਨੂੰ ਤੇ ਪਹਿਲਾਂ ਨਹੀਂ ਦੱਸਿਆ ਸੀ ਤੂੰ ਵੀ ਦਿੱਲੀ ਤੋਂ ਉਹਨਾਂ ਨੇ ਰੋਕਿਆ ਨਹੀਂ ਸੀ, ਦਿੱਲੀ ਤੋਂ ਅਸੀਂ ਚਲੇ ਗਏ, ਨਹੀਂ ਲੰਡਨ ਵੀਰ ਸਾਡਾ ਜੀ, ਵੇਟ ਇਹਦੇ ਸੀ। 'ਚ ਨਾ ਜੀ ਸਿਸਟਮ ਇਹ ਹੈਗਾ ਕਿ ਜਿਸ ਤਰ੍ਹਾਂ ਮੰਨ ਲਓ ਕਿਸੇ ਐਸੀ ਜਗ੍ਹਾ ਤੇ ਤੁਸੀਂ ਪਹੁੰਚ ਗਏ ਹੋ ਜਿੱਥੇ ਸਿਕਿਉਰਿਟੀ ਦੇ ਵਿੱਚ ਤੁਹਾਡੇ ਲਗੇਜ ਜਿਹੜਾ ਹੈ, ਸੌਰੀ ਮੈਂ ਜਿੰਨੀ ਕੁ ਵਾਰੀ ਮੈਂ ਟਰੈਵਲ ਕੀਤਾ ਹੈ, ਮੈਨੂੰ ਬੈਂਕਾਕ ਵਿੱਚ ਇਹੀ ਪ੍ਰੋਬਲਮ ਆਈ ਸੀ ਕਿ ਉਹ ਕਹਿੰਦੇ ਜੀ ਹੁਣ ਤੁਹਾਡਾ ਲਗੇਜ ਤੇ ਬੁੱਕ ਹੋ ਚੁੱਕਾ ਹੈ ਤੇ ਇਹ ਸ੍ਰੀ ਸਾਹਿਬ ਪਾ ਕੇ ਤੁਸੀਂ ਜਾ ਨਹੀਂ ਸਕਦੇ। ਤੇ ਉਹਨਾਂ ਨੇ ਕਿਹਾ ਜੀ ਜਦੋਂ ਤੇ ਜਿਹੜਾ ਤੇ ਸਿੱਖ ਰੈਜ਼ਿਸਟ ਨਹੀਂ ਕਰਦਾ, ਉਹਨੂੰ ਉਹ ਲੈ ਕੇ ਜਿੱਥੇ ਸ਼ੈਂਪੂ, ਪਾਣੀ ਦੀ ਬੋਟਲਸ, ਡਸਟਬਿਨ, ਤੁਲਸਾ ਮਾਫ ਕਰਨ, ਉਹਦੇ 'ਚ ਪਾ ਹਾਂਜੀ ਦਿੰਦੇ, ਬਿਕੋਜ਼ ਉਹਨਾਂ ਦੇ ਵਾਸਤੇ ਇਟਸ ਅ ਨਾਈਫ। ਤੇ ਹਾਂਜੀ ਹਾਂਜੀ ਜਿਹੜੇ ਰੈਜ਼ਿਸਟ ਕਰਦੇ ਨੇ ਉਹਨਾਂ ਦੇ ਕੋਲ ਪ੍ਰੋਵੀਜ਼ਨ ਹੈਗਾ ਜੀ, ਪਾਇਲਟ ਦੇ ਕੋਲ ਕਾਕਪਿਟ ਦੇ ਵਿੱਚ ਇੱਕ ਲਿਫਾਫਾ ਬਣ ਕੇ ਜਾਂਦਾ ਹੈ ਔਰ ਉੱਥੇ ਲਿਫਾਫਾ ਕਾਕਪਿਟ ਦੇ ਵਿੱਚ ਰੱਖਿਆ ਜਾਂਦਾ ਹੈ, ਲੇਕਿਨ ਸ਼ਰਤ ਇਹ ਹੁੰਦੀ ਹੈ ਕਿ ਤੁਹਾਨੂੰ 에ਅਰਪੋਰਟ ਤੇ 15-20 ਮਿੰਟ, ਅੱਧਾ ਘੰਟਾ ਵੇਟ ਕਰਨਾ ਪਏਗਾ, ਜਦੋਂ ਤੱਕ ਉੱਥੇ ਦਾ ਜਿਹੜਾ ਕਰੂ ਮੈਂਬਰਸ ਨੇ ਉਹ ਨਹੀਂ ਬਾਹਰ ਆਣਗੇ ਤੇ ਤੁਹਾਡਾ ਜਿਹੜਾ ਸ੍ਰੀ ਸਾਹਿਬ ਉਹ ਕਰੂ ਮੈਂਬਰ ਦੇ ਥਰੂ ਤੁਹਾਨੂੰ ਫਲਾਈਟ 'ਚ ਮਿਲਣਗੇ, ਉਹਦੀ ਬਕਾਇਦਾ ਰਿਸੀਟਸ ਵੀ ਦਿੰਦੇ। ਨਹੀਂ ਵੇਖੋ, ਜਿੱਥੋਂ ਤੱਕ ਮੈਂ ਸੁਣਿਆ ਵਾ ਸਾਡੇ ਨਾਲ ਜੋ ਬੀਤੀ, ਸਾਨੂੰ ਤੇ ਪਹਿਲਾਂ ਹੀ ਦੱਸਦਾ, ਅਸੀਂ ਏਅਰਪੋਰਟ ਦੇ ਅੰਦਰ ਐਂਟਰ ਹੋਣ ਤੋਂ ਪਹਿਲਾਂ ਹੀ ਗੱਡੀ ਦੇ ਵਿੱਚ ਆਪਣੀ ਸ਼੍ਰੀ ਸਾਹਿਬ ਲਾ ਕੇ ਆਪਣੇ ਜਿਹੜੇ ਬੈਗ ਜਮ੍ਹਾਂ ਕਰਾਉਣੇ ਹੁੰਦੇ ਆ ਨਾ, ਮਤਲਬ ਵੱਡੇ ਬੈਗ ਜਿਹੜੇ ਆਪਣੇ ਕੋਲ ਰੱਖਣੇ, ਉਹ ਨਹੀਂ ਛੋਟੇ ਨਹੀਂ, ਜਿਹੜੇ ਵੱਡੇ ਬੈਗ ਜਮ੍ਹਾਂ ਕਰਾਉਣੇ ਹੁੰਦੇ ਆ, ਉਹਨਾਂ ਦੇ ਵਿੱਚ ਅਸੀਂ ਸ਼੍ਰੀ ਸਾਹਿਬ ਪਾਈਆਂ ਸੀ। ਅਸੀਂ ਨਾਲ 100 ਪਤਾ ਨਹੀਂ 150 ਸ਼੍ਰੀ ਸਾਹਿਬ ਹੋਰ ਵੀ ਲਗਾਏ ਸੀ, ਸੰਗਤਾਂ ਨੂੰ ਉੱਥੇ ਅੰਮ੍ਰਿਤ ਸੰਚਾਰ ਕਰਾਉਣਾ ਸੀ, ਉਹਨਾਂ ਨੇ ਆਕਾਰ ਦੇਣੇ ਸੀ ਹਨਾ। ਤੇ ਸਾਡੇ ਲੱਗੇ ਉਹਨਾਂ ਕਿਸੇ ਨੇ ਚੈੱਕ ਉਹਦੇ ਚੋਂ ਕੱਢੇ ਸੀ, ਮਤਲਬ ਪਰ ਕੁਛ ਨਹੀਂ ਆਖਿਆ ਉਹਨਾਂ ਨੇ। ਅਸੀਂ ਦੱਸਤਾ ਸੀ ਵੀ ਅਸੀਂ ਅੰਮ੍ਰਿਤ ਸੰਚਾਰ ਕਰਨ ਚੱਲੇ ਆ ਤੇ ਸਾਡੇ ਸ਼੍ਰੀ ਸਾਹਿਬ ਆ ਰਿਲੀਜੀਅਸ ਟੈਂਪਲ ਆ, ਤੇ ਉਹਨਾਂ ਨੂੰ ਸਮਝ ਆ ਗਈ ਸੀ ਬਿਲਕੁਲ। ਸਾਨੂੰ ਕਿਸੇ ਨਾ ਇੱਥੇ ਡੱਕਿਆ ਨਾ ਏਅਰਪੋਰਟ ਤੇ ਡੱਕਿਆ ਦੁਬਈ। ਉਦੋਂ ਦੁਬਈ ਏਅਰਪੋਰਟ ਤੋਂ ਬਾਹਰ ਨਿਕਲ ਕੇ ਅਸੀਂ ਫਿਰ ਗੱਡੀ ਵਿੱਚ ਜਦੋਂ ਬਹਿ ਗਏ, ਉਦੋਂ ਅਸੀਂ ਆਪਣੀ ਸ਼੍ਰੀ ਸਾਹਿਬ ਕੱਢ ਕੇ ਉਹਨਾਂ ਸਤਿਕਾਰ ਨਾਲ ਪਾ ਕੇ ਫਿਰ ਜਪਜੀ ਸਾਹਿਬ ਦਾ ਇੱਕ ਇੱਕ ਪਾਠ ਕੀਤਾ। ਫਿਰ ਉਸ ਤੋਂ ਬਾਅਦ ਕੋਈ ਪਾਣੀ ਜਾਂ ਖਾਣਾ ਪੀਣਾ ਮੂੰਹ ਨੂੰ ਲਾਇਆ ਸੀ ਹਨਾ। ਹਾਂਜੀ, ਇਹ ਏਦਾਂ ਹੁੰਦਾ ਵਾ, ਮਤਲਬ ਏਅਰਪੋਰਟ ਐਂਟਰ ਹੋਣ ਤੋਂ ਪਹਿਲਾਂ ਆਪਣੀ ਸ਼੍ਰੀ ਸਾਹਿਬ ਜਾਂ ਕਈ ਤੇ ਕੜਾ ਵੀ ਕਹਿੰਦੇ ਆ ਵੀ ਲਾ ਦੋ, ਪਰ ਅਸੀਂ ਸਾਡੀ ਮਰਿਆਦਾ ਇਹ ਸੀ ਵੀ ਕਿਸੇ ਉਦੋਂ ਤੱਕ ਕੰਟਰੀ ਕੁਛ ਦੇ ਵਿੱਚ ਵੀਰ ਜੀ ਉਹ ਰੈਜ਼ਿਸਟ ਕਰਦੇ ਨੇ, ਪਰ ਹਾਂਜੀ ਉਹਦੇ ਵਾਸਤੇ ਉਹ ਤਰੀਕਾ ਹੁੰਦਾ ਹੈ ਕਿ ਉਹ ਕਹਿੰਦੇ ਨੇ ਜੀ ਜੇ ਤੁਸੀਂ ਕੜਾ ਨਹੀਂ ਉਤਾਰ ਸਕਦੇ ਤੇ ਤੁਸੀਂ ਹੱਥ ਨੂੰ ਏਦਾਂ ਹਾਂਜੀ ਉੱਪਰ ਚੁਕਵਾ ਲੈਂਦੇ ਨੇ ਤਾਂ ਕਿ ਉਹ ਹਾਂਜੀ ਹਾਂਜੀ ਸੈਂਟਰ ਦੇ ਵਿੱਚ ਨਾ ਆਏ ਤੇ ਫਿਰ ਉਹ ਹਾਂਜੀ ਨਿਕਾਲ ਦਿੰਦੇ ਨੇ। ਤੇ ਵੈਸੇ ਦੇਖੋ ਜੀ ਬਹੁਤ ਫਰਕ ਪਿਆ ਹੈ। ਇੰਟਰਨੈਸ਼ਨਲ ਕਮਿਊਨਿਟੀ ਦੇ ਵਿੱਚ ਸਿੱਖਾਂ ਦੇ ਬਾਰੇ ਜਾਣੂ ਹੋਏ ਨੇ, ਸਾਨੂੰ ਜਿਹੜਾ ਹਾਂਜੀ ਮੁਸਲਮਾਨ ਮੰਨਿਆ ਜਾਂਦਾ ਸੀ, ਮੁਹੰਮਦਨ ਮੰਨਿਆ ਜਾਂਦਾ ਸੀ, ਸਾਡੀ ਇੱਕ ਆਇਡੈਂਟੀਟੀ ਬਣੀ ਹੈ। ਸੋ ਗੁਰੂ ਸਾਹਿਬ ਮਿਹਰ ਕਰਨਗੇ ਜੀ, ਜ਼ਰੂਰ ਹੋਰ ਆਉਣ ਵਾਲਾ ਸਮਾਂ ਹੋਰ ਸੁਖਾਲਾ ਹੋਏਗਾ। ਸੋ ਵੀਰ ਜੀ ਹਾਂਜੀ ਦਾ ਬਹੁਤ ਬਹੁਤ ਧੰਨਵਾਦ ਜੀ। ਜੇ ਕੋਈ ਹੋਰ ਸੰਗਤ ਦੇ ਮਨ ਵਿੱਚ ਕੋਈ ਸੰਸ਼ਾ ਹੈ, ਰਾਜੂ ਭੱਲਾ ਜੀ ਕੁਝ ਪੁੱਛਣਾ ਚਾਹੁੰਦੇ ਜੀ ਇਨ ਸ਼ਾਰਟ, ਫਿਰ ਅਸੀਂ ਸਮਾਪਤੀ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜਿਵੇਂ ਅਸੀਂ ਹੁਕਮਨਾਮਾ ਲੈਂਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ, ਤੇ ਚੌਰ ਸਾਹਿਬ ਕਰ ਸਕਦੇ ਹਾਂ ਜਾਂ ਨਹੀਂ? ਫਤਿਹ। ਜਿਵੇਂ ਆਪ ਹੁਕਮਨਾਮਾ ਸਾਹਿਬ ਲੈਣਾ, ਉਦੋਂ ਹੀ ਆਪ ਹੀ ਚੌਰ ਸਾਹਿਬ। ਨਹੀਂ ਨਹੀਂ, ਜਿਵੇਂ ਹੁਕਮਨਾਮਾ ਲੈ ਰਹੇ ਨੇ, ਮੈਂ ਚੌਰ ਸਾਹਿਬ ਪਿੱਛੇ ਕਰ ਸਕਦੇ ਨਹੀਂ ਕਰ ਸਕਦੇ? ਹਾਂਜੀ, ਹੁਕਮਨਾਮਾ ਲੈਂਦੇ ਵਕਤ ਹੁਕਮਨਾਮਾ ਲੈਂਦਿਆਂ ਹੀ ਚੌਰ ਸਾਹਿਬ ਅਸਲ ਵਿੱਚ ਮਤਲਬ ਕਰੀਦੀ ਆ ਵੀ ਉੱਤੇ ਕੋਈ ਮੱਖੀ ਮੱਛਰ ਆ ਕੇ ਨਾ ਬੈਠੇ ਮਹਾਰਾਜ ਦੇ ਅੰਗਾਂ ਤੇ। ਚੌਰ ਹਾਂ ਸਾਹਿਬ ਮੈਂ ਵੇਖਿਓ ਕਦੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਕਿਤੇ ਵੀ ਚੌਰ ਸਾਹਿਬ ਕਰਦੇ, ਇੱਕ ਸਪੈਸ਼ਲ ਸਿੰਘਾਂ ਤੋਂ ਜਾ ਕੇ ਚੌਰ ਸਾਹਿਬ ਕਰਦੇ, ਅੱਗੇ ਪਿੱਛੇ ਭਾਵੇਂ ਨਾ ਕਰਨ, ਜਦੋਂ ਸਾਹਿਬ ਹੁਕਮਨਾਮਾ ਸਾਹਿਬ ਜਿਹੜਾ ਉਦੋਂ ਚੌਰ ਸਾਹਿਬ ਸਪੈਸ਼ਲ ਹੁੰਦੀ ਹੈ। ਹਾਂ, ਇੱਕ ਜਗ੍ਹਾ ਕਰਨ ਲੱਗੇ ਸੀ ਹੁਕਮਨਾਮਾ, ਵੇਲੇ ਮੈਨੂੰ ਰੋਕਿਆ ਗਿਆ ਕਿ ਨਹੀਂ ਕਰ ਸਕਦੇ, ਹੁਕਮਨਾਮਾ ਚੱਲ ਰਿਹਾ, ਚੌਰ ਸਾਹਿਬ ਨਹੀਂ ਕਰਨੀ। ਨਹੀਂ ਐਸਾ ਨਹੀਂ ਹੁੰਦਾ, ਉਹ ਫਿਰ ਮੈਂ ਇਹਨੂੰ ਕਿਹਾ ਸੀ ਗੁਰਦੁਆਰੇ ਦੀ ਗੱਲ ਹੈ, ਮੈਂ ਕਿਹਾ ਚਲ ਪੁੱਛਾਂ ਤੈਨੂੰ ਮੈਂ ਹੁਣ
ਤੇ ਮੈਨੂੰ ਨਹੀਂ ਪਤਾ ਚਲੋ ਚੌਰ ਸਾਹਿਬ ਕਰਨੀ ਜ਼ਰੂਰ ਚਾਹੀਦੀ ਹੈ ਜਦੋਂ ਹਾਂ ਹੁਕਮ ਉੱਥੇ ਮਿਲੇ। ਕਰ ਦੇਣਾ ਜੀ ਦਰਬਾਰ ਸਾਹਿਬ ਗੋਲਡਨ ਟੈਂਪਲ ਰੋਜ਼ ਸਵੇਰੇ ਹੁੰਦੀ ਹੈ ਔਰ ਚੌਰ ਸਾਹਿਬ ਹੁੰਦੀ ਹੈ ਹੁਕਮਨਾਮੇ ਵੇਲੇ ਮੈਂ ਕਿਹਾ ਫਿਰ ਵੀ ਤੁਹਾਨੂੰ ਪੁੱਛ ਲਈ ਹੈ ਨਹੀਂ ਨਹੀਂ ਕਰਨੀ ਚਾਹੀਦੀ ਆ। ਹਾਂ ਬਸ ਠੀਕ ਹੈ ਜੀ ਵਾਹਿਗੁਰੂ ਜੀ ਖਾਲਸਾ ਜੀ ਭਾਈ ਵਾਹਿਗੁਰੂ ਖਾਲਸਾ ਜੀ। ਤੇ ਇੱਕ ਭਾਈ ਸਾਹਿਬ ਬਸ 1 ਮਿੰਟ, ਉਹ ਹਾਂਜੀ ਜਿਹੜੇ ਕਹਿੰਦੇ ਸੀ ਆਪਣਾ ਅੰਕਲ ਜੀ ਕਹਿੰਦੇ ਸੀ ਨਾ ਜਿਹੜੇ ਸ੍ਰੀ ਸਾਹਿਬ ਕੱਢਣ ਦੀ ਲੋੜ ਨਹੀਂ ਪੈਂਦੀ ਜਾਂ ਕਿਵੇਂ ਵੀ, ਵੇਖੋ ਆਪਣਾ ਆਪਣਾ ਕਸੂਰ ਆ, ਕਿਉਂਕਿ ਆਪਾਂ ਹੁਣ ਨਹੀਂ ਪਾਉਂਦੇ, ਵੱਧ ਤੋਂ ਵੱਧ ਆਪਾਂ ਛੋਟੀਆਂ ਕੀਤੀਆਂ ਆਪਣੀ ਸ੍ਰੀ ਸਾਹਿਬਾਂ, ਆਪਾਂ ਜਿੰਨੀ ਲੁਕੋ ਕੇ ਰੱਖਦੇ ਲੋਕਾਂ ਨੂੰ ਉਹਨਾਂ ਨਹੀਂ ਪਤਾ ਲੱਗਣਾ। ਪੁਰਾਣੇ ਸਿੱਖ ਕਿਉਂ ਨਹੀਂ ਸੀ ਵਿਦੇਸ਼ਾਂ ਵਿੱਚ, ਅੱਜ ਹੁਣ ਅਮਰੀਕਾ ਕੈਨੇਡਾ ਵਿੱਚ ਇੰਨੇ ਨੇ ਸਿੱਖ ਨਿਹੰਗ ਸਿੰਘ ਦਸਤਾਰ ਸਜਾਵਤ ਸੂਰਤ ਸੱਜੇ ਆ, ਵੱਡੇ ਵੱਡੇ ਹਥਿਆਰ ਰੱਖਦੇ ਆਪਣੇ ਕੋਲ। ਸਿੱਖਾਂ ਨੂੰ ਪਤਾ ਬਾਹਰਲੇ ਦੇਸ਼ਾਂ 'ਚ, ਹੁਣ ਅੰਗਰੇਜ਼ਾਂ ਨੂੰ ਵੀ ਪਤਾ ਲੱਗ ਗਿਆ। ਪਰ ਆਪਾਂ ਹੁਣ ਸਾਊਥ ਵੱਲ ਜਦੋਂ ਜਾਂਦੇ ਹਾਂ ਆਪਾਂ ਨੂੰ ਆਪ ਹੀ ਸ਼ਰਮ ਆਉਂਦੀ ਹੈ ਵੀ ਆਪਾਂ ਨਹੀਂ ਪਾਉਣਾ, ਕਿਸੇ ਨੂੰ ਪਤਾ ਹੀ ਨਾ ਲੱਗ ਜਾਏ ਕਿ ਆਪਣੇ ਵਿੱਚ ਆਪਣੀ ਕਮੀ ਹੈ, ਤਾਂ ਲੋਕਾਂ ਨੂੰ ਨਹੀਂ ਨਾ ਪਤਾ ਲੱਗਾ। ਹੁਣ ਜੇ ਆਪਾਂ ਸ਼ੁਰੂ ਤੋਂ ਪਾ ਕੇ ਰੱਖਦੇ, ਸਾਰਾ ਕੱਲਾ ਕੱਲਾ ਸਿੰਘ ਸਿੱਧਿਆ ਹੁੰਦਾ ਹੈਨਾ, ਸਾਰੇ ਅੰਮ੍ਰਿਤਧਾਰੀ ਹੁੰਦੇ, ਸ਼੍ਰੀ ਸਾਹਿਬਾਂ ਪਾ ਕੇ ਜਿੱਥੇ ਜਾਣਾ ਸ਼੍ਰੀ ਸਾਹਿਬ ਪਾ ਕੇ ਜਾਣਾ, ਤੇ ਕੀ ਮਜ਼ਾਕ ਸੀ ਸਾਊਥ ਏਸ਼ੀਆ ਨਾ ਜਾਂਦੇ, ਸਾਊਥ ਇੰਡੀਆ ਜਾਂ ਕਿਤੇ ਕੋਈ ਡੱਕਦਾ ਨਹੀਂ। ਇਹ ਸਿਰਫ ਆਪਣੀ ਗਲਤੀ ਕਰਕੇ ਆ। ਫਿਰ ਇੱਕ ਹੋਰ, ਜਿਵੇਂ ਕਹਿੰਦੇ ਵੀ ਸ਼੍ਰੀ ਸਾਹਿਬ ਨੂੰ ਜੰਗਾਲ ਲੱਗਾ ਹੁੰਦਾ, ਕੱਢਣ ਦੀ ਲੋੜ ਨਹੀਂ, ਨਿਕਲਦੀ ਨਹੀਂ, ਉਹ ਆਪਣਾ ਕਸੂਰ ਆ। ਆਪਾਂ ਸ਼੍ਰੀ ਸਾਹਿਬ ਦੀ ਸੁਧਾਈ ਨਹੀਂ ਕਰਦੇ, ਆਪਾਂ ਸ਼੍ਰੀ ਸਾਹਿਬ ਮਾਂਜਦੇ ਨਹੀਂ ਆ, ਹੈਨਾ। ਕਦੀ ਕੱਢ ਕੇ ਵੇਖੀ ਨਹੀਂ, ਕਦੀ ਸੇਵਾ ਨਹੀਂ ਕੀਤੀ ਸ਼ਸਤਰ ਦੀ। ਤੇ ਇਹ ਵੀ ਗੱਲ ਦੱਸਦਾ, ਸ਼ਸਤਰ ਬੰਦੂਕ ਭਾਵੇਂ ਗੋਲੀ ਅੜ ਜਾਏਗੀ, ਪਰ ਇੱਕ ਵਾਰੀ ਜੇ ਤੁਸੀਂ ਸ਼੍ਰੀ ਸਾਹਿਬ ਕੱਢ ਕੇ ਕੋਲ ਜਾ ਕੇ ਚਲਾਤੀ, ਉਹਦਾ ਵਾਰ ਨਹੀਂ ਖਾਲੀ ਜਾਏਗਾ। ਬੰਦੂਕ ਦਾ ਹੋ ਸਕਦਾ ਤੁਹਾਡੀ ਗੋਲੀ ਇੱਕ ਹੀ ਹੋਵੇ, ਇੱਧਰ ਚੱਲ ਜਾਏ ਉੱਧਰ ਚੱਲ ਜਾਏ ਜਾਂ ਬੱਚੇ, ਤਾਂ ਵੀ ਬੰਦਾ ਵੱਜ ਜਾਏਗਾ। ਪਰ ਜੇ ਇੱਕ ਵਾਰੀ ਸ਼੍ਰੀ ਸਾਹਿਬ ਇੱਥੋਂ ਲੰਘ ਗਈ, ਉਹ ਨਹੀਂ ਛੱਡਣੀ। ਠੀਕ ਹੈ ਜੀ। ਸ਼੍ਰੀ ਸਾਹਿਬ ਸਭ ਤੋਂ, ਕਿਉਂਕਿ ਜੋ 10ਵੇਂ ਪਾਤਸ਼ਾਹ ਨੇ ਸਿਧਾਂਤ ਦਿੱਤੇ ਆ ਨਾ, ਇਹਨੂੰ ਡੂੰਘੀ ਸੋਚ ਨਾਲ ਸੋਚਾਂਗੇ, ਗੁੱਸਾ ਨਾ ਕਰਿਓ ਕੋਈ, ਜੇ ਡੂੰਘੀ ਸੋਚ ਨਾਲ ਸੋਚਾਂਗੇ ਤਾਂ ਸਤਿਗੁਰਾਂ ਨੇ ਬੜੀ ਦੂਰ ਅੰਦੇਸ਼ੀ ਨਾਲ ਆਪਾਂ ਨੂੰ ਦਿੱਤੇ ਆ। ਇਹ ਵੀ ਮੈਂ ਗੱਲ ਸੁਣੀ, ਜਿਹੜੇ ਭਵਿੱਖਤ ਵਚਨ ਕਹਿੰਦੇ ਜਿਹੜੀ ਤੀਜੀ ਵਰਲਡ ਵਾਰ ਹੋਣੀ ਹੈ ਨਾ, ਜਾਂ ਜਿਹੜੀ ਵੀ ਹੁਣ ਵਰਲਡ ਵਾਰ ਹੋਵੇਗੀ ਕਦੇ ਵੀ, ਉਦੋਂ ਕਹਿੰਦੇ ਵੀ ਜਿਹੜੇ ਸਾਰੇ ਸ਼ਸਤਰ ਜਿੰਨੇ ਟੈਂਕ ਤੋਪ ਜਾਂ ਮਿਸਾਈਲਾਂ ਵਾ ਬੰਦੂਕਾਂ ਸਭ ਫੇਲ